ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਵੱਖ-ਵੱਖ ਮਸਲੇ, ਵੱਖ-ਵੱਖ ਮੁੱਦੇ, ਉਹਨਾਂ ਦੇ ਉੱਤੇ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਬਹੁਤ ਹੀ ਗੰਭੀਰਤਾ ਦੇ ਨਾਲ ਤੁਹਾਡੇ ਨਾਲ ਉਹ ਸਾਰੇ ਵਿਚਾਰ ਸਾਂਝੇ ਕਰੀਏ ਔਰ ਉਹਨਾਂ ਵਿਚਾਰਾਂ ਦੇ ਨਾਲ ਉਹਨਾਂ ਦਾ ਗੰਭੀਰ ਵਿਸ਼ਲੇਸ਼ਣ ਕਰਕੇ ਉਹ ਆਪ ਤੱਕ ਪਹੁੰਚਾਈਏ। ਪਰ ਇਸ ਸਾਰੇ ਐਕਸਰਸਾਈਜ਼ ਦਾ ਮਕਸਦ ਜੋ ਹੈ ਉਸ ਦੇ ਵਿੱਚ ਤੁਹਾਡੀ ਸ਼ਮੂਲੀਅਤ, ਤੁਹਾਡਾ ਸ਼ਾਮਲ ਹੋਣਾ, ਤੁਹਾਡੇ ਵਿਚਾਰਾਂ ਨੂੰ ਉਸ ਦੇ ਵਿੱਚ ਸੰਜੋ ਕੇ, ਜੋੜ ਕੇ ਔਰ ਫਿਰ ਉੱਥੇ ਤੱਕ ਉਹ ਵਿਚਾਰ ਪਹੁੰਚਾਉਣੇ ਜਿੱਥੋਂ ਇਹਨਾਂ ਦੇ ਉੱਤੇ ਫਿਰ ਕਾਰਵਾਈ ਹੁੰਦੀ ਹੈ। ਸਮੇਂ-ਸਮੇਂ ਦੇ ਉੱਤੇ ਵਾਪਰ ਰਹੀਆਂ ਘਟਨਾਵਾਂ, ਇਹ ਸਾਰਾ ਹਫਤਾ ਤਕਰੀਬਨ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਪਾਵਨ ਪ੍ਰਕਾਸ਼ ਦਿਵਸ ਨੂੰ ਸਮਰਪਿਤ ਚੱਲ ਰਹੇ ਸੀ। ਪਰ ਅਫਸੋਸ ਦੀ ਗੱਲ ਹੈ ਕਿ ਇਸ ਦੌਰਾਨ ਜਿਹੜੇ ਸਮਾਗਮ ਪਟਨਾ ਸਾਹਿਬ ਵਿੱਚ ਹੋਣੇ ਸੀ ਉਹਨਾਂ ਵਿੱਚ ਹੀ ਵਿਘਨ ਪਿਆ ਔਰ ਜਿਸ ਨੇ ਐਸੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਮਾਮਲਾ ਕਾਫੀ ਗੰਭੀਰ ਤੋਂ ਗੰਭੀਰਤਮ ਹੁੰਦਾ ਜਾ ਰਿਹਾ ਹੈ। ਔਰ ਇਸ ਦੇ ਵਿੱਚ ਕੇਵਲ ਕੋਈ ਐਡਮਿਨਿਸਟ੍ਰੇਟਿਵ ਜਾਂ ਪ੍ਰਸ਼ਾਸਨਿਕ ਮਾਮਲਾ ਨਹੀਂ ਹੈ ਜਿਹਦੇ ਵਿੱਚ ਸਾਡੇ ਬੁਨਿਆਦੀ ਸਿਧਾਂਤ ਹਨ। ਸਾਰੇ ਸੰਸਾਰ ਵਿੱਚ ਜਿੱਥੇ ਵੀ ਕੋਈ ਸਿੱਖ ਵਿਚਰਦਾ ਹੈ, ਜਿੱਥੇ ਜਿੱਥੇ ਵੀ ਸਿੱਖ ਹੈ, ਉਹ ਹਰ ਸਵੇਰੇ ਸ਼ਾਮ ਅਰਦਾਸ ਕਰਦਾ ਹੈ ਪੰਜਾਂ ਤਖਤਾਂ ਦਾ ਧਿਆਨ ਧਰਦਾ ਹੈ ਔਰ ਉਹਨਾਂ ਸਾਰਿਆਂ ਤਖਤਾਂ ਦਾ ਧਿਆਨ ਧਰਦਿਆਂ ਹੋਇਆਂ ਉਹਨਾਂ ਦੇ ਦਰਸ਼ਨ ਦੀ ਅਭਿਲਾਸ਼ਾ ਵੀ ਜ਼ਾਹਿਰ ਕਰਦਾ ਹੈ। ਪਰਸੋਂ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਅਸੀਂ ਥੋੜ੍ਹੀ ਦੇਰ ਤੱਕ ਉਹਦੇ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਨਾਲ। ਔਰ ਕੱਲ੍ਹ ਅਸੀਂ ਤਖਤ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਡਾਕਟਰ ਰਣਜੀਤ ਸਿੰਘ ਗਾਂਧੀ, ਉਹਨਾਂ ਦਾ ਤੁਸੀਂ ਪੱਖ ਸੁਣਿਆ ਸੀ। ਉਹਨਾਂ ਨੇ ਜੋ ਕੁਝ ਦੱਸਿਆ ਔਰ ਕਿਸ ਤਰੀਕੇ ਦੇ ਨਾਲ ਉਹ ਦੁਖਾਂਤ ਵਾਪਰਿਆ, ਆਸ ਸੀ ਕਿ ਉਸ ਦੇ ਉੱਤੇ ਛੇਤੀ ਕਾਰਵਾਈ ਹੋ ਕੇ ਕੁਛ ਨਾ ਕੁਛ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਜਾਏਗਾ, ਪਰ ਨਹੀਂ, ਗੱਲ ਸ਼ਾਇਦ ਅੱਗੇ ਵੱਧਦੀ ਜਾ ਰਹੀ ਹੈ ਔਰ ਉਹਦੇ ਵਿੱਚ ਇੱਕ ਦੂਜੇ ਦੇ ਉੱਤੇ ਦੋਸ਼ ਆਰੋਪਣ ਵੀ ਸ਼ੁਰੂ ਹੋ ਗਏ ਹਨ। ਅਸੀਂ ਥੋੜ੍ਹੇ ਚਿਰ ਬਾਅਦ ਕੋਸ਼ਿਸ਼ ਕਰਾਂਗੇ ਅਸੀਂ ਉਸ ਦੇ ਉੱਤੇ ਪਟਨਾ ਸਾਹਿਬ ਤੋਂ ਹੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ, ਕਿਉਂਕਿ ਮਾਮਲਾ ਇਤਨਾ ਗੰਭੀਰ ਹੈ ਕਿ ਪੂਰੇ ਦੇ ਪੂਰੇ ਪੰਥਕ ਧਰਾਤਲ ਦੇ ਉੱਤੇ ਇਸ ਦਾ ਅਸਰ ਹੋਣਾ ਲਾਜ਼ਮੀ ਹੈ। ਔਰ ਖ਼ਾਸ ਕਰਕੇ ਉਸ ਹਾਲਾਤ ਦੇ ਵਿੱਚ ਜਦੋਂ 3 ਸਾਲ ਬਾਅਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਦਿਵਸ ਮਨਾਇਆ ਜਾਣਾ ਹੈ। ਦਰਅਸਲ ਜੇਕਰ ਕਹਿ ਲਿਆ ਜਾਏ, ਇਹ ਸਾਰਾ ਸਾਲ ਹੀ ਸਾਡੇ ਲਈ ਬੜਾ ਹੀ ਮਹੱਤਵਪੂਰਨ ਹੈ। 2014 ਦਾ 2014 ਇਸ ਸਾਲ ਦੇ ਵਿੱਚ 1984 ਸਾਕਾ ਨੀਲਾ ਤਾਰਾ ਘੱਲੂਘਾਰਾ ਹਰਿਮੰਦਰ ਸਾਹਿਬ ਦੇ ਉੱਤੇ ਭਾਰਤ ਸਰਕਾਰ ਵੱਲੋਂ ਕੀਤੇ ਹੋਏ ਹਮਲੇ ਦੀ ਔਰ ਨਾਲ ਹੀ ਦਿੱਲੀ, ਬੋਕਾਰੋ, ਕਾਨਪੁਰ ਅਤੇ ਹੋਰ ਥਾਵਾਂ ਦੇ ਉੱਤੇ ਸਿੱਖ ਜੈਨੋਸਾਈਡ, ਸਿੱਖ ਕਤਲੇਆਮ ਦੀ, ਇਹਨਾਂ ਦੋਨਾਂ ਘਟਨਾਵਾਂ ਦੀ 30ਵੀਂ ਵਰ੍ਹੇਗੰਢ ਹੈ। 30th ਐਨੀਵਰਸਰੀ ਵੀ ਇਸੇ ਸਾਲ ਦੇ ਵਿੱਚ ਆ ਰਹੀ ਹੈ। 30 ਸਾਲ ਹੋ ਗਏ ਇੱਕ ਫਾਰਮੈਲਿਟੀ ਜਿਸ ਨੂੰ ਕਹਿੰਦੇ ਹੈ, ਰਸਮ ਪੂਰੀ ਕੀਤੀ, ਬਿਆਨ ਦੇ ਦਿੱਤੇ ਕਿ ਇਨਸਾਫ ਮਿਲਣਾ ਚਾਹੀਦਾ ਹੈ, ਉਹਦਾ ਇਨਸਾਫ ਹੋਣਾ ਚਾਹੀਦਾ ਹੈ, ਇਨਕੁਆਇਰੀ ਹੋਣੀ ਚਾਹੀਦੀ ਹੈ। ਪਰ ਜਾਪਦਾ ਇਸ ਤਰ੍ਹਾਂ ਬੜੀ ਵਾਰੀ ਤਾਂ ਉਹ ਫਾਰਮੈਲਿਟੀ ਕਰਦੇ ਉਸ ਗੱਲ ਨੂੰ ਭੁਲਾ ਦਿੱਤਾ ਜਾਂਦਾ ਹੈ। ਦਰਬਾਰ ਸਾਹਿਬ ਦੀ ਲਾਇਬ੍ਰੇਰੀ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਜੋ ਉਸ ਵੇਲੇ ਫੌਜ ਲੈ ਗਈ ਸੀ, ਉਸ ਦੀ ਵਾਪਸੀ ਦੀ ਮੰਗ ਕਰਦਿਆਂ ਹੋਇਆਂ ਹਰ ਸਾਲ ਮਤੇ ਪਾਸ ਹੁੰਦੇ ਸੀ। ਹੁਣ ਉਸ ਦੀ ਕੋਈ ਗੱਲ ਨਹੀਂ ਕਰਦਾ, ਸਮਝੌਤਾ ਹੋ ਗਿਆ, ਗੱਲਬਾਤ ਖਤਮ ਹੋ ਗਈ। ਹੁਣ
ਅਸੀਂ ਆਪਣੇ ਆਪ ਨਾਲ ਲੱਗਦਾ ਸਮਝੌਤਾ ਕਰ ਲਿਆ ਕਿ ਹੁਣ ਕੁਝ ਨਹੀਂ ਹੋਣਾ। ਕੀ ਸਾਡੇ ਆਗੂ ਜਾਂ ਵਕਤ ਦੇ ਹਾਕਮ ਇਹੀ ਸੋਚਦੇ ਹਨ ਕਿ ਇਹ ਦੋ ਮਹਾਨ ਘਟਨਾਵਾਂ ਜਿਹੜੀਆਂ ਬਹੁਤ ਵੱਡੀਆਂ ਇਤਿਹਾਸ ਦੇ ਵਿੱਚ ਪੰਥ ਦੇ ਪਿੰਡੇ ਦੇ ਉੱਤੇ ਇੱਕ ਨਾਸੂਰ ਬਣ ਕੇ ਵੱਜੀਆਂ ਉਭਰੀਆਂ, ਇਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਭੁਲਾ ਦਿੱਤਾ ਜਾਏਗਾ ਜਿਵੇਂ ਬਾਕੀ ਸਾਰੀਆਂ ਮੰਗਾਂ ਭੁਲਾ ਦਿੱਤੀਆਂ? ਬੜੇ ਮੋਰਚੇ ਸ਼ੁਰੂ ਹੋਏ, ਬੜੀਆਂ ਜ਼ੋਰ ਸ਼ੋਰ ਨਾਲ ਮੰਗਾਂ ਉਠਾਈਆਂ ਗਈਆਂ, ਪਰ ਹੌਲੇ ਹੌਲੇ ਉਹ ਸਾਰੀਆਂ ਭੁਲਾ ਦਿੱਤੀਆਂ ਗਈਆਂ ਕਿਉਂਕਿ ਮੰਗਾਂ ਚੁੱਕਣ ਵਾਲਿਆਂ ਨੂੰ ਨਿੱਜੀ ਤੌਰ ਦੇ ਉੱਤੇ ਉਸ ਦਾ ਇਵਜ਼ਾਨਾ ਮਿਲ ਗਿਆ। ਸੋ ਇਹਨਾਂ ਸਾਰੇ ਵਿਚਾਰਾਂ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਵਿਸਥਾਰ ਸਹਿਤ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਔਰ ਖ਼ਾਸ ਕਰਕੇ ਇਸ ਸਾਲ ਦੇ ਵਿੱਚ ਬਹੁਤ ਕੁਝ ਵਾਪਰਿਆ, ਔਰ ਖ਼ਾਸ ਕਰਕੇ ਦੋ ਜਿਹੜੇ ਮਾਈਲਸਟੋਨਸ ਤੁਹਾਡੇ ਨਾਲ ਜ਼ਿਕਰ ਕੀਤੇ ਹਨ, ਮੀਲ ਪੱਥਰ ਹਨ, ਸਾਕਾ ਨੀਲਾ ਤਾਰਾ, ਘੱਲੂਘਾਰਾ ਦਿਵਸ ਔਰ ਦਿੱਲੀ ਦਾ ਅਤੇ ਹੋਰ ਥਾਵਾਂ ਦਾ ਕਤਲੇਆਮ, ਜਿਸ ਨੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਇੱਕ ਬੜੇ ਵੱਡੇ ਪੈਮਾਨੇ ਦੇ ਉੱਤੇ ਹਿਜਰਤ ਕਰਵਾਈ। ਲੋਕ ਆਪਣੇ ਘਰ ਕਾਟ ਛੱਡ ਕੇ ਪੰਜਾਬ ਵੱਲ ਨੂੰ ਤੁਰੇ, ਔਰ ਕਿਸੇ ਨੇ ਅੱਜ ਤੱਕ ਇਹ ਗੱਲ ਨਹੀਂ ਕਹੀ, ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਕਿਉਂ ਜਾ ਰਹੇ ਹੋ, ਤੁਹਾਨੂੰ ਇੱਥੇ ਪ੍ਰੋਟੈਕਸ਼ਨ ਮਿਲੇਗੀ। ਦੂਰ ਦੁਰਾਡਿਓਂ ਜਿੱਥੋਂ ਵੀ ਹੋਇਆ ਲੋਕਾਂ ਨੇ ਕੋਸ਼ਿਸ਼ ਕੀਤੀ ਪੰਜਾਬ ਵੱਲ ਵਾਪਸ ਮੁੜ ਜਾਣ। ਔਰ ਇਸੇ ਗੱਲ ਦਾ ਸ਼ਾਇਦ ਅੱਜ ਇਹ ਦੁਖਾਂਤ ਜੋ ਵਾਪਰ ਰਿਹਾ ਹੈ ਪਟਨਾ ਸਾਹਿਬ ਦੀਆਂ ਘਟਨਾਵਾਂ ਦੇ ਨਾਲ, ਅਗਰ ਤੁਹਾਡੇ ਨਾਲ ਸਾਂਝਾ ਕਰੀਏ, ਪਟਨਾ ਸਾਹਿਬ ਦੇ ਵਿੱਚ ਪੂਰਬੀ ਹਿੰਦੁਸਤਾਨ ਦਾ ਸਿੱਖੀ ਦਾ ਕੇਂਦਰ ਸੀ, ਸਿੱਖੀ ਦਾ ਗੜ੍ਹ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਪਹਿਲਾਂ ਚਰਨ ਪਾਏ, ਔਰ ਉਹਨਾਂ ਦੇ ਬਾਅਦ ਗੁਰੂ ਅਮਰਦਾਸ ਜੀ ਨੇ ਉਹਨਾਂ ਸਾਰੀਆਂ ਥਾਵਾਂ ਨੂੰ ਕੇਂਦਰ ਨਾਲ ਜੋੜਿਆ, ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਉਹਨਾਂ ਪਦ ਚਿੰਨ੍ਹਾਂ ਦੇ ਉੱਤੇ ਚੱਲ ਕੇ ਉੱਥੋਂ ਦੀਆਂ ਸੰਗਤਾਂ ਨੂੰ ਰਿਵਾਈਵ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ, ਔਰ ਬੜੀ ਵੱਡੀ ਗਿਣਤੀ ਦੇ ਵਿੱਚ ਸਥਾਨਕ ਅਤੇ ਹੋਰ ਸਿੱਖ ਵਸਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਸਨਾਤਨੀ ਸਿੱਖ, ਪਟਨੀਆ ਸਿੱਖ, ਸਾਸਾਰਾਮੀ ਸਿੱਖ ਅਤੇ ਹੋਰ ਨਾਵਾਂ ਨਾਲ ਵੀ ਪਛਾਣਿਆ ਜਾਂਦਾ ਹੈ, ਪਰ ਉਹ ਸਿੱਖੀ ਦੇ ਨਾਲ ਜੁੜੇ ਹੋਏ ਸਨ। ਪਰ 1984 ਦਾ ਜੋ ਕੁਝ ਦੁਖਾਂਤ ਵਾਪਰਿਆ, ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬ ਤੋਂ ਉੱਥੇ ਜਾ ਕੇ ਵਸੇ ਸਨ, ਉਹ ਮੁੜ ਵਾਪਸ ਪੰਜਾਬ ਆ ਗਏ, ਔਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਬਹੁਤ ਘੱਟ ਗਿਣਤੀ ਵਿੱਚ ਸਿੱਖ ਸੰਗਤਾਂ ਪਟਨਾ ਸਾਹਿਬ ਦੇ ਵਿੱਚ ਰਹਿ ਗਈਆਂ। ਨਹੀਂ ਤਾਂ ਕੋਈ ਸਮਾਂ ਸੀ ਜਦੋਂ ਚਾਰੇ ਪਾਸੇ, ਹਰ ਪਾਸੇ, ਭਾਵੇਂ ਬਾਜ਼ਾਰ ਹੋਣ, ਭਾਵੇਂ ਟਰਾਂਸਪੋਰਟ ਹੋਏ, ਭਾਵੇਂ ਕੋਈ ਕਾਰਜ ਹੋਏ, ਭਾਵੇਂ ਅਫਸਰ ਹੋਣ, ਸਿੱਖਾਂ ਦੀ ਪਛਾਣ ਔਰ ਉਹਨਾਂ ਦੀ ਗਿਣਤੀ ਜ਼ਾਹਿਰਾ ਤੌਰ ਦੇ ਉੱਤੇ ਨਜ਼ਰ ਆਉਂਦੀ ਸੀ। ਪਰ ਹੁਣ ਚੂੰਕਿ ਇਹ ਗੱਲ ਨਹੀਂ ਰਹੀ, ਇਸ ਕਰਕੇ ਬੜੀ ਹੀ ਇੱਕ ਲਾਚਾਰਗੀ ਜੀ ਮਹਿਸੂਸ ਕਰਦੇ ਹਨ ਉੱਥੋਂ ਦੇ ਸਿੱਖ ਵੀ। ਔਰ ਫਿਰ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਏ, ਔਰ ਉਸ ਸਮੇਂ ਦੇ ਉੱਤੇ ਜਦੋਂ ਕਿ ਵੱਡੀ ਗਿਣਤੀ ਵਿੱਚ, ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਪਟਨਾ ਸਾਹਿਬ ਆਏ ਹੋਣ, ਔਰ ਉਸ ਵੇਲੇ ਐਸਾ ਕੁਝ ਵਾਪਰ ਜਾਣਾ, ਇਹ ਬਹੁਤ ਵੱਡਾ ਦੁਖਾਂਤ ਹੈ, ਔਰ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ, ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ, ਸ਼ਰਮ ਦਾ ਬਾਇਸ ਹੈ, ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਜੋ ਸਾਡਾ ਵਰਤਾਰਾ ਹੋਏਗਾ, ਜੋ ਸਾਡਾ ਵਤੀਰਾ ਹੋਏਗਾ, ਉਸ ਤੋਂ ਬਿਹਤਰ ਆਉਣ ਵਾਲੀਆਂ ਨਸਲਾਂ ਨੂੰ ਨਹੀਂ ਦਿੱਤਾ ਜਾ ਸਕੇਗਾ। ਸੋ ਇਸ ਦੇ ਉੱਤੇ ਅਸੀਂ ਥੋੜ੍ਹੀ ਦੇਰ ਤੱਕ ਹੁਣੇ ਗੱਲ ਕਰਾਂਗੇ, ਪਰ ਸਿਰਫ ਇੱਕ ਦੋ ਬਹੁਤ ਛੋਟੀਆਂ ਤੁਹਾਡੇ ਨਾਲ ਨੁਕਤੇ ਜੇ ਸਾਂਝੇ ਕਰਨੇ ਹਨ। ਦਰਅਸਲ ਸਾਡੇ ਦੇਸ਼ ਵਿੱਚ ਲੱਗ ਰਿਹਾ ਹੈ ਕਿ ਟੋਲਰੈਂਸ ਜਾਂ ਬਰਦਾਸ਼ਤ ਦਾ ਮਾਦਾ ਬਹੁਤ ਘਟਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਚੜ੍ਹਤ ਦੇ ਨਾਲ ਦੋ ਵੱਡੀਆਂ ਪਾਰਟੀਆਂ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ, ਦੋਨੋਂ ਹੀ ਕਾਫੀ ਔਖਾਪਨ ਮਹਿਸੂਸ ਕਰ ਰਹੀਆਂ ਹਨ, ਕਿਉਂਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਪਾਰਟੀ ਉਹਨਾਂ ਦੇ
घर दे विच सेंध ला सकेगी, सन ला सकेगी। ਉਹ ਹੁਣ ਕੋਈ ਵੀ ਗੱਲ ਲੱਭ ਰਹੇ ਹਨ ਜਿੱਥੇ ਕਿ ਕਿਸੇ ਕਿਸਮ ਦੀ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਫਿਜ਼ੀਕਲੀ ਹਮਲਾ ਵੀ ਕੀਤਾ ਜਾ ਸਕੇ। ਪ੍ਰਸ਼ਾਂਤ ਭੂਸ਼ਣ ਜਿਹੜੇ ਸੀਨੀਅਰ ਵਕੀਲ ਵੀ ਹਨ, ਉਹਨਾਂ ਨੇ ਇੱਕ ਬਿਆਨ ਦਿੱਤਾ। ਉਸ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਸ਼ਮੀਰ ਦੇ ਬਾਰੇ ਜ਼ਿਕਰ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਜਿੱਥੇ ਵੀ ਸਣੇ ਕਸ਼ਮੀਰ ਦੇ ਫੌਜਾਂ ਦੀ ਤੈਨਾਤਗੀ ਕੀਤੀ ਜਾਂਦੀ ਹੈ, ਉਹਦੇ ਵਿੱਚ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਪਰ ਮੀਡੀਆ ਦੇ ਵਿੱਚ ਉਹਨੂੰ ਇਸ ਤਰ੍ਹਾਂ ਪ੍ਰਚਾਰਿਆ ਗਿਆ ਕਿ ਉਹਨਾਂ ਨੇ ਰੈਫਰੈਂਡਮ ਦੀ ਗੱਲ ਕੀਤੀ ਹੈ ਔਰ ਇਸ ਦੇ ਉੱਤੇ ਕੇਜਰੀਵਾਲ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ, ਤੋੜਪਨ ਕੀਤੀ ਗਈ ਔਰ ਉਹ ਜਿਹੜੀਆਂ ਸੰਸਥਾਵਾਂ ਨੇ ਕੀਤਾ ਉਹਨਾਂ ਨੇ ਬੈਨਰ ਚੁੱਕੇ ਸੀ, ਉਹਦੇ ਉੱਤੇ ਹਿੰਦੂ ਸੰਘ ਦੇ ਨਾਂ ਦੇ ਬੈਨਰ ਚੁੱਕ ਕੇ ਉਹਨਾਂ ਨੇ ਹਮਲਾ ਕੀਤਾ। ਇਸ ਦੇ ਉੱਤੇ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਵੀ ਸ਼੍ਰੀ ਰਾਮ ਦਾ ਉਪਾਸਕ ਹਾਂ, ਮੈਂ ਵੀ ਹਿੰਦੂ ਹਾਂ, ਪਰ ਹਿੰਦੂ ਰਕਸ਼ਾ ਦਲ ਦੇ ਨਾਂ ਦੇ ਉੱਤੇ ਕਰਨਾ ਇਹ ਮੇਰੇ ਲਈ ਬੜਾ ਹੀ ਅਫਸੋਸਨਾਕ ਹੈ। ਹੁਣ ਜੋ ਕਿ ਕੇਜਰੀਵਾਲ ਕਹਿ ਰਹੇ ਹਨ ਕਿ ਮੈਂ ਸੁਰੱਖਿਆ ਨਹੀਂ ਲਵਾਂਗਾ, ਇਹਨਾਂ ਹਾਲਾਤ ਦੇ ਬਾਅਦ ਕਿ ਅਗਰ ਉਹ ਸੁਰੱਖਿਆ ਲੈਂਦੇ ਹਨ ਫਿਰ ਇਹ ਕਿਹਾ ਜਾਏਗਾ ਕਿ ਉਹ ਝੂਠ ਬੋਲਦਾ ਸੀ, ਉਸਨੇ ਕਿਹਾ ਸੀ ਮੈਂ ਨਹੀਂ ਲਵਾਂਗਾ, ਹੁਣ ਲਈ ਜਾ ਰਹੀ ਹੈ। ਸੋ ਦਰਅਸਲ ਇੱਕ catch-22 ਦੀ ਹਾਲਤ ਬਣਦੀ ਜਾ ਰਹੀ ਹੈ। ਦੂਸਰੇ ਪਾਸੇ ਕੇਜਰੀਵਾਲ ਆਪਣੇ ਦਿੱਲੀ ਦਾ ਮੁੱਖ ਮੰਤਰੀ, ਉਹ ਆਪਣੇ ਏਜੰਡੇ ਦੇ ਉੱਤੇ ਪੂਰੀ ਰਫ਼ਤਾਰ ਦੇ ਨਾਲ ਚੱਲ ਰਹੇ ਹਨ ਔਰ ਉਹਨਾਂ ਨੇ ਇੱਕ ਹੌਟਲਾਈਨ, ਇੱਕ ਨੰਬਰ ਦਿੱਤਾ ਹੈ ਔਰ ਉਸ ਨੰਬਰ ਦੇ ਉੱਤੇ ਉਹਨਾਂ ਨੇ ਕਿਹਾ ਹੈ, ਕਿਉਂਕਿ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਥੋਂ ਦਾ ਵੀ ਕੋਈ ਵਸਨੀਕ ਜਦੋਂ ਦਿੱਲੀ ਜਾਏ, ਘੱਟੋ ਘੱਟ ਦਿੱਲੀ ਦੇ ਉੱਤੇ ਤਾਂ ਕੇਜਰੀਵਾਲ ਦਾ ਇਸ ਵੇਲੇ ਹੁਕਮ ਚੱਲ ਰਿਹਾ ਹੈ, ਉਹਨਾਂ ਨੇ ਖੁੱਲ੍ਹੇਆਮ ਇੱਕ ਨੰਬਰ ਦਿੱਤਾ ਹੈ ਕਿ ਕਿਸੇ ਵੀ ਸਰਕਾਰੀ ਅਫਸਰ ਮੁਲਾਜ਼ਮ ਵੱਲੋਂ ਅਗਰ ਤੁਹਾਡੇ ਕੋਲੋਂ ਵੱਡੀ ਮੰਗੀ ਜਾਂਦੀ ਹੈ, ਬਰਾਈਬ ਮੰਗੀ ਜਾਂਦੀ ਹੈ, ਤਾਂ ਤੁਸੀਂ ਉਸ ਹੌਟਲਾਈਨ ਦੇ ਉੱਤੇ ਫ਼ੋਨ ਕਰਕੇ ਦੱਸ ਸਕਦੇ ਹੋ ਔਰ ਉਹਨਾਂ ਨੇ ਯਕੀਨ ਦਿਵਾਇਆ ਹੈ ਕਿ ਉਹ ਜ਼ਰੂਰ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਤੂਫਾਨ ਆ ਗਿਆ ਹੈ ਡਰੱਗਸ ਦੇ ਮਾਮਲੇ ਦੇ ਵਿੱਚ, ਜਦੋਂ ਕਾਫੀ ਸਮੇਂ ਤੋਂ ਤਹਿਕੀਕਾਤ ਔਰ ਤਫਤੀਸ਼ ਦੇ ਦੌਰਾਨ ਨਜ਼ਰਬੰਦ ਭੋਲਾ ਨੇ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਲੈ ਦਿੱਤਾ ਹੈ। ਉਸ ਦੇ ਕਰਕੇ ਸਾਰੇ ਦੇ ਸਾਰੇ ਅਕਾਲੀ ਦਲ ਔਰ ਸਾਰੀ ਸਰਕਾਰ ਦੇ ਵਿੱਚ ਇੱਕ ਕਿਸਮ ਦਾ ਉਥਲ ਪੁਥਲ ਸ਼ੁਰੂ ਹੋ ਗਈ ਹੈ ਔਰ ਕੱਲ੍ਹ ਉਹਨਾਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕਮੇਟੀ ਵੱਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤਾਂ RS ਲਾਲੀ ਦੇ ਉੱਤੇ ਉਹਨਾਂ ਨੂੰ ਸੱਟਾਂ ਵੱਜੀਆਂ, ਪਰ ਲੱਗਦਾ ਹੈ ਕਿ ਇਹ ਮਾਮਲਾ ਆਉਣ ਵਾਲੇ ਸਮੇਂ ਵਿੱਚ ਕੁਝ ਛੇਤੀ ਸੁਲਝਣ ਵਾਲਾ ਨਹੀਂ, ਕਿਉਂਕਿ ਪੰਜਾਬ ਸਰਕਾਰ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਕਿਸਮ ਦੀ ਨਿਰਪੱਖ ਤਫਤੀਸ਼ ਲਈ, ਜਾਂਚ ਲਈ, ਇਨਕੁਆਇਰੀ ਲਈ ਉਹ ਤਿਆਰ ਹਨ, ਪਰ ਉਹ ਇਨਕੁਆਇਰੀ CBI ਜਾਂ ਕੇਂਦਰ ਦੇ ਕਿਸੇ ਅਦਾਰੇ ਕੋਲੋਂ ਕਰਾਉਣ ਲਈ ਤਿਆਰ ਨਹੀਂ ਹਨ। ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਅਦਾਰੇ ਵੱਲੋਂ ਇਸ ਦੀ ਨਿਰਪੱਖ ਜਾਂਚ ਕਰਾਈ ਜਾ ਸਕਦੀ ਹੈ। ਸੋ ਰਾਜਨੀਤਿਕ ਤੌਰ ਦੇ ਉੱਤੇ ਇਹਨਾਂ ਸਾਰੀਆਂ ਘਟਨਾਵਾਂ ਦਾ ਕਾਫੀ ਅਸਰ ਆਉਣ ਵਾਲੇ ਸਮੇਂ ਵਿੱਚ ਪੈ ਸਕਦਾ ਹੈ। ਸਮੇਂ-ਸਮੇਂ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਔਰ ਤੁਹਾਨੂੰ ਇਸ ਤੋਂ ਜਾਣੂ ਕਰਾਵਾਂਗੇ, ਪਰ ਅੱਜ ਮੁੜ ਫਿਰ ਇੱਕ ਵਾਰ ਪਟਨਾ ਸਾਹਿਬ ਦੀ ਉਸ ਪਾਵਨ ਧਰਤੀ ਨੂੰ ਫਿਰ ਇੱਕ ਵਾਰ ਸਜਦਾ ਕਰਦਿਆਂ ਹੋਇਆਂ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਸਥਾਨ ਦੇ ਬਾਰੇ ਅਸੀਂ ਫਿਰ ਗੱਲਬਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਸਹੀ ਜਾਣਕਾਰੀ ਦੇ ਸਕੀਏ ਤਾਂ ਕਿ ਤੁਸੀਂ ਵੀ ਆਪਣਾ ਸਹੀ ਔਰ ਸੁਚੱਜਾ ਯੋਗਦਾਨ ਉਸ ਦੇ ਵਿੱਚ ਪਾ ਸਕੋ ਔਰ ਹੱਲ ਲਈ ਜ਼ਰੂਰ ਦੱਸੋ
ਕਿ ਕੀ ਕੀਤਾ ਜਾ ਸਕਦਾ ਹੈ ਜਾਂ ਕੀ ਕੀਤਾ ਜਾਣਾ ਚਾਹੀਦਾ ਹੈ। ਇੱਕ ਵਕਫੇ ਦੇ ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਪਟਨਾ ਸਾਹਿਬ ਦੀ ਪਾਵਨ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਸੀ ਔਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ 3 ਸਾਲ ਬਾਅਦ ਗੁਰੂ ਕਲਗੀਧਰ ਪਿਤਾ ਦਾ 350 ਸਾਲਾ ਪ੍ਰਕਾਸ਼ ਦਿਵਸ ਮਨਾਇਆ ਜਾਣਾ। ਉਸ ਸਥਾਨ ਦੇ ਉੱਤੇ ਮੇਨ ਗੁਰਪੁਰਬ ਵਾਲੇ ਪ੍ਰਕਾਸ਼ ਪੁਰਬ ਵਾਲੇ ਦਿਵਸ 'ਤੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜੁੜੀਆਂ ਹੋਣ, ਉੱਥੇ ਮੰਦਭਾਗੀ ਘਟਨਾ ਵਾਪਰ ਜਾਣਾ, ਜਿਹਦੇ ਬਾਰੇ ਕੱਲ੍ਹ ਡਾਕਟਰ ਰਣਜੀਤ ਸਿੰਘ ਜੀ ਗਾਂਧੀ ਪ੍ਰਧਾਨ ਪ੍ਰਬੰਧਕ ਕਮੇਟੀ, ਉਹਨਾਂ ਨੇ ਤੁਹਾਨੂੰ ਸਾਰੇ ਹਾਲਾਤ ਦੇ ਬਾਰੇ ਦੱਸਿਆ। ਦਰਅਸਲ ਅਸੀਂ ਆਸ ਸੀ ਔਰ ਅਰਦਾਸ ਸੀ ਔਰ ਸਾਡੀ ਆਸ਼ਾ ਸੀ ਕਿ ਇਹ ਮਾਮਲਾ ਛੇਤੀ ਤੋਂ ਛੇਤੀ ਨਜਿੱਠ ਜਾਏਗਾ, ਪਰ ਗੱਲ ਨਹੀਂ, ਗੱਲ ਅੱਗੇ ਦੀ ਅੱਗੇ ਹੀ ਵੱਧਦੀ ਜਾ ਰਹੀ ਹੈ। ਨਵੀਂ ਜਿਹੜੀ ਡਿਵੈਲਪਮੈਂਟ ਹੋਈ ਹੈ ਕਿ ਪਟਨਾ ਸਾਹਿਬ ਦੇ ਜਿਹੜੇ 5 ਪਿਆਰੇ ਹਨ, ਸਿੰਘ ਸਾਹਿਬਾਨ ਹਨ, ਉਹਨਾਂ ਨੇ ਹੁਕਮਨਾਮਾ ਜਾਰੀ ਕਰਕੇ ਪ੍ਰਬੰਧਕ ਕਮੇਟੀ ਨੂੰ ਹੀ ਬਰਖਾਸਤ ਕਰ ਦਿੱਤਾ ਹੈ। ਉਹਨਾਂ ਨੇ ਪੰਥ ਵਿਰੋਧੀ ਕਾਰਵਾਈਆਂ ਕਰਨ ਕਰਕੇ ਦੇ ਦੋਸ਼ ਹੇਠ ਉਹਨਾਂ ਨੇ ਪ੍ਰਬੰਧਕ ਕਮੇਟੀ ਨੂੰ ਖਾਰਜ ਕੀਤਾ ਔਰ ਕਾਫੀ ਲੰਬਾ ਚੌੜਾ ਹੁਕਮਨਾਮਾ ਵੀ ਹੋਇਆ। ਸਾਡੇ ਨਾਲ ਸਾਡੀ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਸਹੀ ਔਰ ਬਿਲਕੁਲ ਜੋ ਹੁਣ ਦੀ ਮੌਜੂਦਾ ਜਾਣਕਾਰੀ ਹੈ ਤੁਹਾਨੂੰ ਦੇ ਸਕੀਏ। ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਔਰ ਪੁਰਾਣੇ ਜਨਰਲ ਸਕੱਤਰ ਰਹਿ ਚੁੱਕੇ, ਜਿਹੜੇ ਕਿ ਉੱਥੋਂ ਦੇ ਹੀ ਮੂਲ ਨਿਵਾਸੀ ਸਨ ਔਰ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਜਿਹੜੀ ਸਿੰਘ ਸਨ, ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਦੇ ਉੱਥੇ ਵਸੇ ਹੋਏ ਔਰ ਜਿਨ੍ਹਾਂ ਨੂੰ ਸਨਾਤਨੀ ਔਰ ਦੂਸਰੇ ਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਸੀ ਔਰ ਉਹਨਾਂ ਦੀ ਕਾਫੀ ਦੇਣ ਸੀ। ਸਰਦਾਰ ਮਲੇਸ਼ਰ ਪ੍ਰਸ਼ਾਦ ਸਿੰਘ ਨਾਮ ਹੀ ਉਸੇ ਤਰ੍ਹਾਂ ਦਾ, ਉਹ ਜਨਰਲ ਸਕੱਤਰ ਰਹੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ। ਉਹਨਾਂ ਦੇ ਭਤੀਜੇ ਸਰਦਾਰ ਗੁਰਵਿੰਦਰਪਾਲ ਸਿੰਘ, ਜਿਹੜੇ 14 ਸਾਲ ਤੋਂ, ਅਗਰ ਮੈਂ ਗਲਤ ਨਾ ਹੋਵਾਂ, ਉਹ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਦੇ ਮੈਂਬਰ ਹਨ ਔਰ ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਜੁੜ ਚੁੱਕੇ ਹਨ। ਗੁਰਵਿੰਦਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਸਰ। ਗੁਰਵਿੰਦਰ ਜੀ, ਜੋ ਕੁਛ ਕੱਲ੍ਹ ਵਾਪਰਿਆ ਉਹਦੇ 'ਚ ਅਸੀਂ ਹੁਣ ਬਾਰ-ਬਾਰ ਉਸ ਘਟਨਾ ਨੂੰ ਤਾਂ ਅਸੀਂ ਨਹੀਂ ਜਾਣਾ ਚਾਹੁੰਦੇ, ਪਰ ਸਿਰਫ ਇੱਕ ਗੱਲ ਦੱਸੋ, ਚੂੰਕਿ ਤੁਸੀਂ ਪ੍ਰਬੰਧਕ ਕਮੇਟੀ ਦੇ ਮੈਂਬਰ ਹੋ ਔਰ ਸੀਨੀਅਰ ਮੈਂਬਰ ਹੋ, ਸੋ ਕੋਈ ਵੀ ਜਦੋਂ ਤੁਸੀਂ ਨਿਯੁਕਤੀ ਕਰਨੀ ਹੈ, ਅਪੁਆਇੰਟਮੈਂਟ ਕਰਨੀ ਹੈ, ਭਾਵੇਂ ਸਿੰਘ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੋ ਗਈ, ਪਰ ਜੇ ਸਧਾਰਨ ਵੀ ਕਰਨੀ ਹੋਏ, ਪਰ ਚੂੰਕਿ ਇਹ ਇੱਕ ਕਿਸਮ ਦਾ ਐਡਮਿਨਿਸਟ੍ਰੇਟਿਵ ਮਾਮਲਾ ਹੈ, ਸੋ ਕੀ ਤੁਸੀਂ ਆਪਣੀ ਪ੍ਰਬੰਧਕ ਕਮੇਟੀ ਦੇ ਵਿੱਚ ਬੈਠ ਕੇ ਇਸ ਨੂੰ ਸਹੀ ਤਰੀਕੇ ਨਾਲ ਨਿਰਵਿਘਨਤਾ ਦੇ ਨਾਲ ਨਹੀਂ ਸੀ ਤੁਸੀਂ ਇਸ ਨੂੰ ਨਜਿੱਠ ਸਕਦੇ, ਜਿਹੜਾ ਕਿ ਇੱਥੇ ਤੱਕ ਨੌਬਤ ਆ ਗਈ? ਐਸਾ ਹੈ ਸਰ ਜੀ, ਜਦੋਂ ਵੀ ਇਹੋ ਜਿਹਾ ਕੋਈ ਫੈਸਲਾ ਜਦੋਂ ਵੀ ਕਮੇਟੀ ਲੈਂਦੀ ਸੀ ਜੀ, ਤੇ ਸਾਰੇ ਆਪੋਜੀਸ਼ਨ ਨੂੰ ਆਪਣੇ ਕੌਨਫੀਡੈਂਸ 'ਚ ਲੈ ਕੇ ਜੀ, ਸਾਰੀ ਕਮੇਟੀ ਦੀ ਇੱਕ ਮੀਟਿੰਗ ਬੁਲਾ ਕੇ ਉਸ ਵੇਲੇ ਹੀ ਇਹੋ ਜਿਹਾ ਫੈਸਲਾ ਹਮੇਸ਼ਾ ਪਹਿਲਾਂ ਲਿੱਤਾ ਜਾਂਦਾ ਸੀ। ਪਰ ਕੀ ਵਜ੍ਹਾ ਹੈ ਅਸੀਂ ਸਮਝ ਨਹੀਂ ਪਾਏ। ਕੱਲ ਜੋ ਪਰਸੋਂ ਜੋ ਇੱਕ ਘਟਨਾ ਵਾਪਰੀ ਹੈ, ਉਹ ਕਿਸੇ ਵੀ ਆਪੋਜੀਸ਼ਨ ਦੇ ਮੈਂਬਰ ਨੂੰ ਜਾਂ ਭਾਵੇਂ ਹੋਰ ਕੋਈ ਉਹਨਾਂ ਦੇ ਪਕਸ਼ ਦੇ ਵੀ ਮੈਂਬਰ ਹੋਣ, ਮੈਨੂੰ ਨਹੀਂ ਇਹ ਪਤਾ, ਕਿਸੇ ਨੂੰ ਇਹਨਾਂ ਨੇ ਬਿਲਕੁਲ ਦੱਸਿਆ ਨਹੀਂ। ਬਿਲਕੁਲ ਗੁਪਤ ਤਰੀਕੇ ਨਾਲ ਰਾਤ ਨੂੰ ਇਹਨਾਂ ਨੇ 12-1 ਵਜੇ ਫੈਸਲਾ ਲਿੱਤਾ ਹੈ ਤੇ ਸਵੇਰੇ ਵੀ ਸਾਨੂੰ ਕਿਸੇ ਨੂੰ ਜਾਣਕਾਰੀ ਨਹੀਂ ਹੋਈ। ਸਟੇਜ ਤੇ ਹੀ ਸਾਨੂੰ ਜਾਣਕਾਰੀ ਮਿਲੀ ਹੈ ਜੀ, ਜੀ। ਤੇ ਇਹ ਇੰਨੀ ਵੱਡੀ ਘਟਨਾ ਹੈ, ਇੰਨੀ ਵੱਡਾ ਇੱਕ ਇਹਨਾਂ ਨੇ ਕੀਤਾ ਸੀ ਅਪੁਆਇੰਟਮੈਂਟ, ਇਹ ਸਭ ਨੂੰ ਕੌਨਫੀਡੈਂਸ ਤੇ ਲੈ ਕੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਸੀ ਜੀ, ਤੇ ਨਾਲ ਸਾਧ ਸੰਗਤ ਨੂੰ ਵੀ ਲੈ ਕੇ ਕਰਨਾ ਚਾਹੀਦਾ ਸੀ। ਇਹ ਜੋ ਲੋਕਲ ਸਾਧ ਸੰਗਤ ਹੈ ਉਹਨਾਂ ਨੂੰ ਵੀ ਕੌਨਫੀਡੈਂਸ ਤੇ ਲੈ ਕੇ ਕਰਨਾ ਚਾਹੀਦਾ ਸੀ। ਇਹ ਗੱਲ ਇਹਨਾਂ ਤੋਂ ਬਿਲਕੁਲ ਸਹੀ ਨਹੀਂ ਹੋਈ ਹੈ। ਇਹ ਪੰਥ ਦੇ ਵਾਸਤੇ ਬਿਲਕੁਲ ਘਟਨਾ ਦੁਖਦਾਈ ਹੈ। ਜੀ, ਗੁਰਿੰਦਰ ਜੀ, ਇੱਕ ਗੱਲ ਦੱਸੋਗੇ? ਗੁਰਵਿੰਦਰ ਜੀ, ਤੁਸੀਂ ਇੱਕ ਲਫ਼ਜ਼ ਵਰਤਿਆ
ਇੱਕ ਲਫ਼ਜ਼ ਨੂੰ ਮੇਰਾ ਖਿਆਲ ਹੈ 2 ਵਾਰੀ ਤੁਸੀਂ ਵਰਤਿਆ ਹੈ ਕਿ ਅਪੋਜੀਸ਼ਨ ਵਾਲਿਆਂ ਨੂੰ, ਵਿਰੋਧੀ ਧਿਰ ਨੂੰ। ਸਵਾਲ ਇਹ ਹੈਗਾ ਕਿ ਹੁਣ ਤੁਸੀਂ ਜਦੋਂ ਚੁਣ ਕੇ ਨਾਰਥ ਬਿਹਾਰ ਤੋਂ ਜਦੋਂ ਤੁਸੀਂ ਪਹੁੰਚ ਗਏ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਸੇਵਾ ਵਿੱਚ, ਫਿਰ ਤਾਂ ਤੁਸੀਂ ਪੂਰੇ ਦੇ ਪੂਰੇ ਸਾਰੀ ਸੰਗਤ ਦੇ ਨੁਮਾਇੰਦੇ ਹੋ, ਨਾ ਕਿ ਕਿਸੇ ਧਿਰ ਦੇ ਜਾਂ ਕਿਸੇ ਧੜੇ ਦੇ। ਤੁਸੀਂ ਆਪਣੇ ਆਪ ਨੂੰ ਅਪੋਜੀਸ਼ਨ ਜਾਂ ਕਾਬਜ਼ ਜਮਾਤ ਕਿਉਂ ਸਮਝਦੇ ਹੋ? ਇਹ ਵਿਤਕਰਾ ਕਿਉਂ ਕਰ ਰਹੇ ਹੋ? ਮੈਂ ਇਸ ਕਰਕੇ ਕਹਿ ਰਿਹਾ ਕਿ ਅਸੀਂ 1.5 ਸਾਲ ਹੋ ਗਏ ਨਵੀਂ ਕਮੇਟੀ ਨੂੰ ਬਣੇ ਜੀ। ਅਸੀਂ ਇਹਨਾਂ ਨੂੰ ਇੰਨਾ ਸਪੋਰਟ ਕੀਤਾ ਹੈ, ਇੰਨਾ ਸਪੋਰਟ ਹਰ ਪਾਸੇ ਹਰ ਵੇਲੇ ਸਪੋਰਟ ਕੀਤਾ ਹੈ, ਕਿਉਂਕਿ ਅਸੀਂ ਹਮੇਸ਼ਾ ਗੁਰੂ ਨੂੰ ਮੁੱਖ ਰੱਖ ਕੇ ਕੰਮ ਕਰਨੇ ਆ। ਪਰ ਇਹਨਾਂ ਦੇ ਦਿਲ ਤੋਂ ਅਸੀਂ ਇਹਨਾਂ ਦਾ ਆਪਸ ਵਿੱਚ ਜੋ ਸਰਨਿਆ ਦਾ ਤੇ SGPC ਦਾ ਉੱਥੇ ਜੋ ਉਹਨਾਂ ਦਾ ਆਪਸ ਵਿੱਚ ਲੜਾਈ ਹੈ, ਉਹ ਲੜਾਈ ਉਹ ਇੱਥੇ ਸਮਝ ਜਾਂਦੇ ਕਿ ਅਸੀਂ ਅਵਤਾਰ ਸਿੰਘ ਮੱਕਰ ਦੇ ਬੰਦੇ ਆ। ਇਹਨਾਂ ਦੇ ਦਿਮਾਗ 'ਚ ਉਹ ਗੱਲ ਨਹੀਂ ਮਤਲਬ ਹਟਦੀ ਹੈ। ਅਸੀਂ ਕਦੇ ਵੀ ਇਹੋ ਜਿਹਾ ਨਹੀਂ ਸੋਚਨੇ ਆ। ਅੱਜ ਅਸੀਂ ਇਹਨਾਂ ਨੂੰ ਇੰਨਾ ਸਪੋਰਟ ਕਰਨੇ ਆ, ਫੰਕਸ਼ਨ 'ਚ ਵੀ ਸਾਰਿਆਂ ਥਾਂ 'ਚ ਇਹਨਾਂ ਨੂੰ ਹਰ ਵੇਲੇ ਸਪੋਰਟ ਕੀਤਾ ਇਹਨਾਂ ਨੂੰ। ਇਹਨਾਂ ਦੇ ਦਿਮਾਗ 'ਚੋਂ ਆਪੋਜੀਸ਼ਨ ਜੋ ਨਹੀਂ ਜਾਂਦਾ ਹੈ ਇਹਨਾਂ ਦੇ ਦਿਮਾਗ ਤੋਂ। ਮੈਂ ਕਿਉਂਕਿ ਦੇਖੋ ਜਿਹੜੀ ਉਹ ਦਿੱਲੀ ਦਾ ਰਾਜਨੀਤੀ ਹੈ ਬਿਲਕੁਲ ਵੱਖਰੀ ਹੈ। ਇੱਥੇ ਤਾਂ ਕੋਈ ਤੁਸੀਂ ਕਿਸੇ ਨਾ ਤਾਂ ਕੋਈ ਕਾਂਗਰਸੀ ਹੈ, ਨਾ ਅਕਾਲੀ ਹੈ, ਨਾ ਜਨਸੰਘ, ਕਿਉਂਕਿ ਇਸ ਤਰ੍ਹਾਂ ਦੀ ਤੇ ਇੱਥੇ ਪਟਨਾ ਸਾਹਿਬ ਦੇ ਵਿੱਚ ਤੇ ਕੋਈ ਐਸੀ ਗੱਲ ਹੈ ਨਹੀਂ ਸੀ। ਫਿਰ ਇਹ ਕਿਉਂ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜੀ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪਰ ਇਹ ਤੁਸੀਂ ਸਮਝ ਰਹੇ ਹੋ ਕਿ ਇਹ ਆਪਣਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਪਹਿਲਾਂ ਕਬਜ਼ਾ ਸੀ ਸ਼ਰਨਾ ਬਰਦਰ ਦਾ, ਉਹਨਾਂ ਦਾ ਆਪਸ 'ਚ ਜੋ ਟਕਰਾਅ ਹੈ ਇਹ ਸਾਰੀ ਦੁਨੀਆ ਜਾਣਦੀ ਹੈ। ਓਕੇ, ਪਰ ਤੁਹਾਡੇ ਕੋਲ ਜਿਹੜੀ ਇਹਦੇ ਵਿੱਚ ਪਟਨਾ ਸਾਹਿਬ ਦੀ ਕਮੇਟੀ ਦੇ ਵਿੱਚ ਤਾਂ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਇਹ ਬਣਾਈ ਗਈ ਸੀ, ਜਦੋਂ ਹਾਲਾਂਕਿ ਇਹ ਹਿੰਦੂ ਰਿਲੀਜੀਅਸ ਐਂਡੋਮੈਂਟ ਐਕਟ ਦੇ ਅੰਡਰ ਹੈਗੀ ਹੈ, ਇਹਦੀ ਆਪਣੀ ਵੱਖਰੀ ਹੋਂਦ ਨਹੀਂ ਹੈ। ਔਰ ਇਸ ਦੇ ਵਿੱਚ ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਵੀ ਹੈ, ਦਿੱਲੀ ਕਮੇਟੀ ਦੇ ਵੀ ਹੈ, ਚੀਫ ਖਾਲਸਾ ਦੀਵਾਨ ਦੇ ਵੀ ਹੈ, ਨਾਰਥ ਜਿਹੜੇ ਤੁਹਾਡੇ UP ਸਿੱਖ ਪ੍ਰਤੀਨਿਧੀ ਬੋਰਡ ਦੇ ਹੈ, ਜੀ ਸਾਰਿਆਂ ਵੱਲੋਂ ਹੈ। ਇੱਥੇ ਤਾਂ ਸਾਰੇ ਦੇਸ਼ ਦੇ ਵੱਖ-ਵੱਖ ਧੜਿਆਂ ਵੱਲੋਂ। ਫਿਰ ਇਹਦੇ ਵਿੱਚ ਧੜੇਬੰਦੀ ਕਿਵੇਂ ਹੋ ਜਾਂਦੀ ਹੈ? ਧੜੇਬੰਦੀ ਸਰ ਵੇਖੋ ਪਹਿਲਾਂ ਤਾਂ ਨਹੀਂ ਹੁੰਦੀ ਸੀ। ਜਦੋਂ ਤੋਂ ਇਹ ਆਪਣਾ ਸ਼ਰਨਾ ਵਗੈਰਾ ਜਦੋਂ ਤੋਂ ਆਏ ਨੇ ਉਸ ਵੇਲੇ ਤੋਂ ਇਹ ਜ਼ਿਆਦਾ ਹੀ ਹੋ ਗਈ ਹੈ। ਚਲੋ ਮੈਂ ਉਸ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਜਿਹੜਾ ਦੂਜਾ ਪੱਖ ਇਹ ਹੈਗਾ, ਉਹਦੇ 'ਚ ਇੱਕ ਬੜਾ ਵੱਡਾ ਪੱਖ ਹੈ ਕਿ ਡਿਸਟ੍ਰਿਕਟ ਜੱਜ ਵੱਲੋਂ ਕਿੰਨੇ 2 ਮੈਂਬਰ ਨਾਮਜ਼ਦ ਕੀਤੇ ਜਾਂਦੇ ਆ? 3 ਮੈਂਬਰ। ਸੋ ਜੇ ਇੰਨੀ ਛੋਟੀ ਜੀ ਕਮੇਟੀ 11 ਦੇ ਵਿੱਚੋਂ ਜੇਕਰ 3 ਮੈਂਬਰ ਡਿਸਟ੍ਰਿਕਟ ਜੱਜ ਹੀ ਨਾਮੀਨੇਟ ਕਰ ਦਿੰਦਾ ਹੈ ਤੇ ਇਹਦਾ ਮਤਲਬ ਬੈਲੈਂਸ ਤੇ ਉਧਰ ਟਿਲਟ ਕਰ ਜਾਏਗਾ। ਜੀ ਹਮੇਸ਼ਾ ਇਹੀ ਹੁੰਦਾ ਹੈ ਜੀ। ਇਹ ਬੈਲੈਂਸ ਦੀ ਬਹੁਤ ਵੱਡੀ ਖਾਮੀ ਹੈ ਕਿ 3 ਡਿਸਟ੍ਰਿਕਟ ਜੱਜ ਕਰਦਾ ਹੈ ਔਰ ਜੋ ਚਾਹੇਗਾ ਤਾਂ ਉਹੋ ਜੀ ਕਮੇਟੀ ਬਣ ਸਕਦੀ ਹੈ। ਜੀ, ਇਹਦਾ ਮਤਲਬ ਇਹ ਹੋ ਗਿਆ ਨਾ 11 ਮੈਂਬਰ ਜਿਹੜੇ ਹੈ ਉਹ ਵੱਖ-ਵੱਖ ਥਾਵਾਂ ਤੋਂ ਚੁਣ ਕੇ ਜਾਂ ਨਾਮਜ਼ਦ ਹੋ ਕੇ ਜਾਂ ਹੋਰ ਹੋ ਕੇ ਆਏ। 3 ਡਿਸਟ੍ਰਿਕਟ ਜੱਜ ਨੇ ਕਰਤੇ, ਇੱਕ ਤੁਸੀਂ ਕੋਆਪਟ ਕੀਤਾ। ਇਹੀ ਹੈ ਨਾ ਸਿਲਸਿਲਾ? ਜੀ ਸਹੀ ਹੈ। ਅੱਛਾ, ਸੋ ਮੈਨੂੰ ਇੱਕ ਗੱਲ ਦੱਸੋ ਕਿ 1900 ਮੈਨੂੰ ਯਾਦ ਹੈ 1966 ਤੋਂ ਲੈ ਕੇ ਕਈ ਦਫਾ ਰੈਜ਼ੋਲੂਸ਼ਨ ਪਾਸ ਹੋਏ ਪਟਨਾ ਸਾਹਿਬ ਦੇ ਵਿੱਚ, ਕਾਫੀ ਵੱਡੇ ਪੈਮਾਨੇ ਦੇ ਉੱਤੇ ਪੰਥਕ ਕਨਵੈਨਸ਼ਨ ਦੇ ਵਿੱਚ ਵੀ ਪਾਸ ਕੀਤਾ ਗਿਆ ਕਿ ਸਿੱਖ ਗੁਰਦੁਆਰੇ ਦੇ ਪ੍ਰਬੰਧ ਦਾ ਪੂਰਾ ਅਧਿਕਾਰ ਸਿੱਖਾਂ ਨੂੰ ਹੋਣਾ ਚਾਹੀਦਾ ਹੈ। ਸਰਕਾਰ ਜਾਂ ਸਰਕਾਰੀ ਅਫਸਰਾਂ ਨੂੰ ਨਾਮਜ਼ਦਗੀ ਦੇ ਅਧਿਕਾਰ ਨਹੀਂ ਹੋਣੇ ਚਾਹੀਦੇ। ਕੀ ਇਹਦੇ ਤੇ ਕਦੀ ਕਿਸੇ ਕਮੇਟੀ ਨੇ ਧਿਆਨ ਨਹੀਂ ਦਿੱਤਾ? ਐਸਾ ਕਦੇ ਧਿਆਨ ਨਹੀਂ ਦਿੱਤਾ ਗਿਆ ਸਰ। ਮੈਂ ਤਾਂ 14 ਸਾਲ ਤੋਂ ਹਾਂ, ਉਸ ਤੋਂ ਪਹਿਲਾਂ ਵੀ ਮੈਂ ਜੁੜਿਆ ਹੋਇਆ ਇੱਥੇ, ਹਮੇਸ਼ਾ 1990 ਤੋਂ ਜੁੜਿਆ ਹੋਇਆ। ਇਹੋ ਜਿਹਾ ਕਦੇ ਵੀ ਕੋਈ ਫੈਸਲਾ ਵੀ ਕੋਈ ਸੋਚ ਵੀ ਨਹੀਂ ਕੀਤੀ ਗਈ ਹੈ। ਜੀ ਜੀ, ਇੱਕ ਬਾਇਲੋਜ ਜ਼ਰੂਰ ਬਣਾਇਆ ਗਿਆ ਸੀ, ਨਵਾਂ ਬਾਇਲੋਜ ਜੀ, ਕਿ ਉਹਦੇ 'ਚ ਮੈਂਬਰਾਂ ਨੂੰ ਵਧਾਇਆ ਗਿਆ ਸੀ, ਪਰ ਉਹ ਬਾਇਲੋਜ ਨੂੰ ਕਦੇ ਵੀ ਇੱਥੇ ਅਪਰੂਵਲ ਨਹੀਂ ਮਿਲਿਆ ਸੰਪੂਰਨ, ਕਿਉਂਕਿ ਉਹ ਫੁੱਲ ਬੈਂਚ ਤੋਂ ਅਪਰੂਵ ਹੋਣਾ ਸੀ। ਉਹ ਫੁੱਲ ਬੈਂਚ ਤੋਂ ਅਪਰੂਵ ਨਹੀਂ ਹੋ ਸਕਿਆ ਕਦੇ। ਠੀਕ ਹੈ। ਅੱਛਾ, ਹੁਣ ਜਿਹੜਾ ਇਹ ਹੋ ਚੁੱਕਾ ਹੈ, ਮੈਨੂੰ ਅਸਲੀਅਤ ਕੀ ਹੈ? ਕਿਉਂਕਿ ਅਖਬਾਰਾਂ 'ਚ ਕਈ ਜਗ੍ਹਾ ਰਿਪੋਰਟਸ ਇਹ ਆ ਰਹੀਆਂ ਕਿ ਉਹਨਾਂ ਨੇ ਗਿਆਨੀ ਪ੍ਰਤਾਪ ਸਿੰਘ ਜੀ ਨੂੰ ਜਥੇਦਾਰ ਅਪਾਇੰਟ ਕੀਤਾ ਹੈ, ਕਈ ਜਗ੍ਹਾ ਲਿਖ ਰਿਹਾ ਐਡੀਸ਼ਨਲ ਗ੍ਰੰਥੀ ਬਣਾਇਆ, ਕਈ ਜਗ੍ਹਾ ਅਸਲੀਅਤ ਵਿੱਚ ਇਹਨਾਂ ਨੇ ਬਣਾਇਆ ਕੀ ਸੀਗਾ ਉਹਨਾਂ ਨੂੰ? ਅਸਲ 'ਚ ਉਹਨਾਂ ਨੇ ਐਡੀਸ਼ਨਲ ਹੈਡ ਗ੍ਰੰਥੀ ਬਣਾਇਆ ਸੀ। ਐਡੀਸ਼ਨਲ ਹੈਡ ਗ੍ਰੰਥੀ ਜੀ, ਕਦੀ ਕਿਉਂਕਿ ਹੈਡ
ਜੀ ਜੀ ਜਥੇਦਾਰ ਦੀ ਤਾਂ ਪੋਸਟ ਹੀ ਨਹੀਂ ਇੱਥੇ ਕੋਈ। ਮੈਨੂੰ ਪਤਾ ਹੈ, ਹਾਂਜੀ ਠੀਕ ਹੈ ਜੀ, ਠੀਕ ਹੈ ਠੀਕ ਹੈ। ਸੋ ਉਹਨਾਂ ਨੇ ਐਡੀਸ਼ਨਲ ਹੈਡ ਗ੍ਰੰਥੀ ਬਣਾਇਆ ਸੀ ਜੀ। ਅੱਛਾ, ਜਿਹੜਾ ਹੁਕਮਨਾਮਾ ਜਾਰੀ ਹੋਇਆ ਮਤਲਬ ਉੱਥੋਂ ਦੇ ਸਿੰਘ ਸਾਹਿਬਾਨ ਜਾਂ ਜਿਨ੍ਹਾਂ ਨੂੰ ਪੰਜ ਪਿਆਰੇ ਹੈਗੇ ਆ ਤਖਤ ਸਾਹਿਬ ਦੇ, ਤੇ ਉਹ ਹੁਕਮਨਾਮੇ 'ਚ ਕੀ ਲਿਖਿਆ ਗਿਆ ਤੁਸੀਂ ਦੱਸ ਸਕਦੇ ਹੋ ਸਾਨੂੰ, ਕਿਉਂਕਿ ਤੁਹਾਡੇ ਕੋਲ ਮੌਜੂਦ ਹੋਏਗਾ। ਹੁਕਮਨਾਮਾ ਹੈ 2 ਪੇਜ ਦਾ ਹੁਕਮਨਾਮਾ ਹੈ ਜੀ, ਪੜ੍ਹ ਸਕਦੇ ਹੋ ਸਾਡੇ ਲਈ? ਮੈਂ ਜੀ ਪੜ੍ਹ ਕੇ ਸਭ ਸੁਣਾ ਸਕਣਾ ਸਰ? ਜੀ ਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਿਤੀ 8/1/2014 ਨੂੰ ਦਿਨ ਬੁੱਧਵਾਰ ਪੋਹ ਸੁਦੀ 8ਵੀਂ 25 ਪੋਹ ਸੰਵਤ ਨਾਨਕ ਸਾਹੀ 545 ਨੂੰ ਦੁਪਹਿਰ 1 ਵਜੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਅਤੇ ਪੁਰਾਤਨ ਪਰੰਪਰਾ ਤੋਂ ਦੀਰਘ ਵਿਚਾਰ ਕਰਕੇ ਹੁਕਮਨਾਮਾ ਜਾਰੀ ਕੀਤਾ ਗਿਆ। ਸੋਚੀ ਸਮਝੀ ਸਾਜ਼ਿਸ਼ ਅਧੀਨ ਹਰਵਿੰਦਰ ਸਿੰਘ ਸਰਨਾ ਉਰਫ ਪਾਲੀ ਸਰਨਾ ਮੈਂਬਰ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਆਪਣੀ ਪੰਥ ਦੋਖੀ ਸੋਚ ਅਨੁਸਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਗਾਂਧੀ, ਸੀਨੀਅਰ ਮੀਤ ਪ੍ਰਧਾਨ RS ਜੀਤ, ਜੂਨੀਅਰ ਮੀਤ ਪ੍ਰਧਾਨ ਸਰਦਾਰ ਮਹਾਰਾਜਾ ਸਿੰਘ ਸੋਨੂ, ਜਨਰਲ ਸਕੱਤਰ ਸਰਦਾਰ ਚਰਨਜੀਤ ਸਿੰਘ, ਸਕੱਤਰ ਸਰਦਾਰ ਮਹਿੰਦਰ ਸਿੰਘ ਛਾਬਰਾ, ਜੋ ਸਰਨਾ ਭਰਾਵਾਂ ਦੇ ਅਧੀਨ ਹੀ ਕੰਮ ਕਰਦੇ ਹਨ। ਸਰਨਾ ਭਰਾਵਾਂ ਨੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਕਬਜ਼ਾ ਕਰਕੇ ਇੱਥੋਂ ਦੀ ਪੁਰਾਤਨ ਮਾਨ ਮਰਿਆਦਾ ਭੰਗ ਕਰਕੇ ਪੰਥ ਦੋਖੀ ਕਾਰਵਾਈਆਂ ਕਰਨ ਲਈ ਸ਼ੁਰੂ ਤੋਂ ਹੀ ਸਾਜ਼ਿਸ਼ਾਂ ਕਰ ਰਹੇ ਹਨ। ਇਸੇ ਸਾਜ਼ਿਸ਼ ਅਧੀਨ ਭੁਪਿੰਦਰ ਸਿੰਘ ਸਾਧੂ, ਜੋ ਕਿ ਮੈਂਬਰ ਵੀ ਨਹੀਂ ਹੈ, ਉਸ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਬਣਾਇਆ। ਇਹ ਬਹੁਤ ਹੀ ਘਟੀਆ ਕਿਸਮ ਦਾ ਬੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 347ਵੇਂ ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ ਤੇ ਅਖੇਤੀ ਸਾਧ ਪਖੰਡੀ ਬਾਬਾ ਕਸ਼ਮੀਰ ਸਿੰਘ ਬੂਰੀ ਵਾਲੇ, ਜੋ ਕਿ ਗੁਰਦੁਆਰਾ ਬਾਲ ਲੀਲਾ ਦਾ ਮਹੰਤ ਹੈ, ਪਾਲੀ ਸਰਨਾ ਅਤੇ ਸਾਧੂ ਨੇ ਪੂਰੀ ਵਾਲੇ ਨਾਲ ਮਿਲ ਕੇ ਬਾਬਾ ਅਵਤਾਰ ਸਿੰਘ ਦਲ ਵਿਧੀ ਚੰਦ ਨੂੰ ਦਲ ਸਮੇਤ ਸੱਦਿਆ। ਫਿਰ ਸੋਚੀ ਸਮਝੀ ਸਾਜ਼ਿਸ਼ ਅਧੀਨ ਗਿਆਨੀ ਪ੍ਰਤਾਪ ਸਿੰਘ ਨੂੰ ਇੱਥੇ ਪਹਿਲਾਂ ਹੈਡ ਗ੍ਰੰਥੀ ਫਿਰ ਜਥੇਦਾਰ ਤਾਪ ਕੇ ਆਪਣੇ ਪੰਜ ਪਿਆਰੇ ਸਿੰਘ ਸਾਹਿਬਾਨ ਭਰਤੀ ਕਰਕੇ ਪੂਰੀ ਤਰ੍ਹਾਂ ਨਾਲ ਧਾਰਮਿਕ ਤੌਰ ਤੇ ਵੀ ਕਬਜ਼ਾ ਕਰਨ ਦੀ ਨੀਤੀ ਨਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਪ੍ਰਵਾਨਗੀ ਤੋਂ ਬਿਨਾਂ ਗੁਪਤ ਤਰੀਕੇ ਨਾਲ ਅਚਾਨਕ ਕਾਰਜਕਾਰੀ ਹੈਡ ਗ੍ਰੰਥੀ ਦਾ ਐਲਾਨ ਕਰ ਦਿੱਤਾ। ਜਦੋਂ ਅਨਾਉਂਸਮੈਂਟ ਸੁਣ ਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਖਾਲਸਾ ਸਟੇਜ ਤੇ ਆਏ ਤਾਂ ਪੂਰੀ ਵਾਲੇ ਦੇ 100 ਤੋਂ ਵੱਧ ਗੁੰਡੇ, ਜੋ ਸਟੇਜ ਤੇ ਪਹਿਲਾਂ ਹੀ ਕਾਬਿਜ਼ ਸਨ, ਸੁੱਖਾ ਸਿੰਘ ਦੂਜੇ ਨੰਬਰ ਦਾ ਅਖੇਤੀ ਪੂਰੀ ਵਾਲਾ ਬਾਬਾ, ਉਸ ਤੋਂ ਕਹਿਣ ਤੇ ਉਸ ਦੇ ਗੁੰਡਿਆਂ ਨੇ ਗੁਰਵਿੰਦਰ ਜੀ, ਮੈਂ ਗੁਸਤਾਖੀ ਮਾਫ, ਮੈਂ ਸਮਝ ਗਿਆ, ਚੁੱਕੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਹੈ। ਸਮਾਂ ਵੀ ਜ਼ਿਆਦਾ ਹੈ, ਔਰ ਜਿਹੜੀ ਇਹਦੇ ਵਿੱਚ ਲੈਂਗੁਏਜ ਔਰ ਭਾਸ਼ਾ ਜਿਹੜੀ ਵਰਤੀ ਗਈ ਹੈ ਕਾਫੀ ਲੱਗਦਾ ਹੈ ਬੀਰ ਰਸ ਵਾਲੀ ਕਹਿ ਲਈ ਜਾਏ ਜਾਂ ਤੈਸ਼ ਵਿੱਚ ਲਿਖੀ ਗਈ ਹੈ। ਜੀ ਜੀ, ਇਹਨੂੰ ਘਟੀਆ ਭਾਸ਼ਾ ਦਾ ਉਪਯੋਗ ਕਹਿ ਸਕਦੇ। ਹਾਂਜੀ, ਸੋ ਬੇਨਤੀ ਇਹ ਹੈਗੀ ਹੈ, ਕਿਉਂਕਿ ਤੁਹਾਡੇ ਸੰਵਿਧਾਨ ਦੇ ਮੁਤਾਬਕ, ਤੁਹਾਡੀ ਕਨਸਟੀਟਿਊਸ਼ਨ ਦੇ ਮੁਤਾਬਕ ਧਾਰਮਿਕ ਮਾਮਲਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਫੈਸਲਾ ਫਾਈਨਲ ਹੁੰਦਾ ਹੈ। ਸੋ ਇਹ ਜਿਹੜਾ ਹੁਕਮਨਾਮਾ ਅਮਲੀ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਅਧੀਨ ਹੈ, ਉਹ ਜੋ ਫੈਸਲਾ ਕਰਨਗੇ, ਇੱਕ ਕਿਸਮ ਦਾ ਇਹਨੂੰ ਇੰਟਰਮ ਆਰਡਰ ਕਹਿ ਲਓ, ਕੋਈ ਬਹੁਤ ਜ਼ਿਆਦਾ ਇਹਦਾ ਪ੍ਰਭਾਵ ਤਾਂ ਨਹੀਂ ਕਿਹਾ ਜਾ ਸਕਦਾ, ਪਰ ਉਹ ਹੋਏਗਾ। ਇੱਕ ਪਾਸੇ ਉਹ ਹੈਗਾ
ਦੂਸਰੇ ਪਾਸੇ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ, ਕੱਲ ਗਾਂਧੀ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਕਿ ਦੂਸਰੇ ਪਾਸੇ ਡਿਸਟ੍ਰਿਕਟ ਜੱਜ ਦੇ ਚੋਕੇ ਨੁਮਾਇੰਦੇ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਇਹ ਕਾਰਵਾਈ ਕੀਤੀ ਹੈ, ਉਹਨਾਂ ਕਮੇਟੀ ਨੂੰ ਭੰਗ ਕਰ ਦਿੱਤਾ ਹੈ, ਜਿਹਦੇ ਵਿੱਚ ਡਾਕਟਰ ਗਾਂਧੀ, ਚਰਨਜੀਤ ਸਿੰਘ ਤੇ RS ਜੀਤ ਜਿਹੜੇ ਡਿਸਟ੍ਰਿਕਟ ਜੱਜ ਦੇ ਨੋਮੀਨੇਟਡ ਹੈਗੇ ਆ। ਸੋ ਇਹ ਕਿਸਮ ਦਾ ਜਿਹੜਾ ਟਕਰਾਅ ਹੋਏਗਾ, ਤੁਹਾਨੂੰ ਕੀ ਲੱਗਦਾ ਹੈ ਇਹ ਇੱਕ ਐਸੀ ਦੁਬਦਾ ਨਹੀਂ ਖੜੀ ਹੋ ਗਈ ਜਿਹਦੇ ਡਿਸਟ੍ਰਿਕਟ ਜੱਜ ਔਰ ਅਕਾਲ ਤਖਤ ਸਾਹਿਬ ਦਾ ਆਪਸੀ ਟਕਰਾਅ ਦੀ ਵਾਲੀ ਹਾਲਤ ਆ ਸਕਦੀ ਹੈ? नहीं, ऐसी कोई हालत नहीं आने वाली है। अच्छा, इस तरह की कोई हालत नहीं आने वाली। आज मामला बिल्कुल क्लियर हो जाएगा। ओके, चलो ਅਸੀਂ ਆਸ ਕਰੀਏ। ਤੁਹਾਡੀ ਮਤਲਬ ਤੁਹਾਡੀ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਕੋਈ ਐਮਰਜੈਂਸੀ ਮੀਟਿੰਗ? नहीं, साडी कमेटी की मीटिंग नहीं सदी गई है, पर मैंने पता है कि अगले जो है ने जो जिन्हों की रूलिंग कमेटी है वो भी आज कुछ ना कोई फैसला ले रही है। चलो ठीक है, ठीक है। ਤੇ ਤੁਸੀਂ ਚੋਕੇ ਜਿਹੜੇ ਮੈਂ ਬੇਨਤੀ ਕੀਤੀ ਹੈ, ਇਹ ਸਾਰੀ ਪ੍ਰੋਬਲਮਸ ਦਾ ਇੱਕ ਜਿਹੜੇ ਮਸਲਿਆਂ ਦਾ ਜੜ ਇੱਕ ਹੈ ਕਿ ਤੁਹਾਡਾ ਸੰਵਿਧਾਨ ਦੇ ਵਿੱਚ ਬਹੁਤ ਜ਼ਿਆਦਾ ਸੋਧ ਹੋਣ ਦੀ ਲੋੜ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਲਈ ਕੋਈ ਉਪਰਾਲਾ ਹੋਏਗਾ? ਤੇ ਜੀ संविधान 3 वारी बन के तैयार है, इतने एडिशनल संविधान बनया हुआ है, कदे भी इस दे ऊपर कदे भी समझो कि कार्रवाई नहीं की गई, कदे भी इसको डेवलप नहीं किया गया। जो भी इतने आके बैठे उन्होंने बस अपनी गद्दी चलानी चाहिए। ये नहीं कि आने वाली जनरेशन में असी कुछ नवा दे के जाइए, कुछ सच्चा मतलब यहो जा दे के जाइए कि कोई लड़ाई झगड़ा कोई यहो जा कुछ नहीं होवे। वो कभी किसी की सोच नहीं हुई। जिन्हें भी इतने राज किया लगभग लोगों ने अपनी चलाने की कोशिश की, अपना अपने आप को संभालने की कोशिश किया, अपने आप को राजनीतिक फायदा लेने की कोशिश की जी। सब दी मैं निंदा करना जी बिल्कुल। और ਜਿਹੜੀ ਚੌਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਮੇਰਾ ਨਹੀਂ ਖਿਆਲ ਕਿ ਜੋ 50 ਸਾਲ ਪਹਿਲਾਂ ਜੋ ਹਾਲਤ ਸੀ ਕੰਗਨ ਘਾਟ ਦੀ, ਜੋ ਹਾਲਤ ਸੀ ਹੋਰ ਥਾਵਾਂ ਦੀ, ਉਹ ਸਾਰੀ ਦੀ ਸਾਰੀ ਉਸੇ ਤਰ੍ਹਾਂ ਹੀ ਹੈ। ਕੋਈ ਬਹੁਤੀ ਤਬਦੀਲੀ ਸ਼ਾਇਦ ਨਹੀਂ ਆਈ ਹੈਗੀ ਉਹਦੇ ਵਿੱਚ। ਨਾ ਹੀ ਉਹ ਸੜਕ ਗਲੀ ਜਿਹੜੀ ਹਰਮੰਦਰ ਸਾਹਿਬ ਦੀ ਗਲੀ ਸੜਕ ਚੌੜੀ ਕਰਨ ਦੀ ਸ਼ਾਇਦ ਉੱਥੇ ਦੇ ਉੱਥੇ ਪ੍ਰੋਜੈਕਟ ਪਏ ਹੈ। ਤੇ ਹੁਣ ਤੁਹਾਨੂੰ ਲੱਗਦਾ ਹੈ 350 ਸਾਲ ਆ ਰਿਹਾ ਹੈ, ਹਜ਼ੂਰ ਸਾਹਿਬ ਵਿੱਚ ਬੜੀ ਤਬਦੀਲੀ ਆਈ, ਕਿ ਇੱਥੇ ਕੋਈ ਤਬਦੀਲੀ ਆ ਸਕੇਗੀ? ਤੁਹਾਨੂੰ ਲੱਗ ਰਿਹਾ? देखो, मैं तो विश्वास से जीना सर, उम्मीद के सारी दुनिया कायम है। ਅਸੀਂ उम्मीद कदे गुरु ਦੇ ਬੰਦੇ ਹੈਗੇ, ਅਸੀਂ उम्मीद नहीं हारने हाँ। पर ये जो ढंग है, ये जो चलन का ढंग है, ये जो आपस से लड़न का ढंग है, ਇਹਦੇ ਤੋਂ ਨਿਰਾਸ਼ਾ ਹੁੰਦੀ ਹੈ ਸਰ। ਠੀਕ ਹੈ। ਤੁਸੀਂ ਕੋਈ ਇੱਥੇ ਦੀ ਸੰਗਤ, ਅਮਰੀਕਾ ਔਰ ਕੈਨੇਡਾ ਦੇ ਬਹੁਤ ਦਰਸ਼ਕ ਸੁਣ ਰਹੇ ਹੈ, ਤੁਸੀਂ ਇਹਨਾਂ ਨੂੰ ਕੋਈ ਪਟਨਾ ਸਾਹਿਬ ਦੀ ਉਸ ਧਰਤੀ ਤੋਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਬੇਨਤੀ ਕਰਨਾ ਚਾਹੁੰਦੇ ਹੋ? मैं सर ये सुनिया देना चाहता कि सर गुरु गोबिंद सिंह जी ने जो सानू एक जिंदगी जीन का जो एक मार्ग दिता है, आपां उसनू उसदे ऊपर चलीए। ते आपां कदे भी किसी नू ये नहीं, मतलब कोई बंदा वड्डा नहीं है, कोई जथेदार वड्डा नहीं है, कोई कुछ इहो जिहा जो असी मान मर्यादा किसी नू एक्स्ट्रा दे देने आ, ਉਹਦੇ ਤੋਂ बचिए, असी गुरु दे मुख होइए, गुरु नू सर्वोच्च समझिए सर। बस मेरा ये कहना है सब सारी जनता नू। ठीक है, ठीक है। गुरविंदर जी, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਤੁਹਾਡੀ ਬੜੀ ਮਿਹਰਬਾਨੀ। ਔਰ ਆਸ ਹੈ ਜਿਵੇਂ ਤੁਸੀਂ ਉਮੀਦ ਜ਼ਾਹਿਰ ਕੀਤੀ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਏਗਾ, ਅਸੀਂ ਵੀ ਇਸੇ ਆਸ ਦੇ ਨਾਲ ਅਰਦਾਸ ਕਰੀਏ ਕਿ ਸਾਰਾ ਕੁਝ ਠੀਕ ਹੋਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਗੁਰਵਿੰਦਰ ਪਾਲ ਸਿੰਘ, ਮੈਂਬਰ ਹਨ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਤੁਹਾਨੂੰ ਦੱਸ ਦਈਏ ਕਿ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਉਹ ਤਖਤ ਹੈ, ਉਹਦੇ ਸਾਹਮਣੇ ਹਰਿਮੰਦਰ ਸਾਹਿਬ ਹੈ। ਹਰਿਮੰਦਰ ਅਤੇ ਤਖਤ ਦੋ ਵੱਖ-ਵੱਖ ਇਮਾਰਤਾਂ ਹਨ, ਪਰ ਪਟਨਾ ਸਾਹਿਬ ਦੇ ਵਿੱਚ ਤਖਤ ਸਾਹਿਬ ਔਰ ਹਰਿਮੰਦਰ ਜੀ ਸਾਂਝਾ ਹੈ, ਇੱਕੋ ਦੇ ਵਿੱਚ ਹੈ। ਇਸੇ ਲਈ ਉਸ ਦਾ ਨਾਮ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉਹਦੇ ਵਿੱਚ ਵੀ ਸੱਚਖੰਡ ਸਾਹਿਬ ਅਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਇਹ ਦੋਨੋਂ ਇਕੱਠੇ ਹਨ। ਉੱਥੇ ਤਖਤ ਸਾਹਿਬ ਔਰ ਹਰਿਮੰਦਰ ਸਾਹਿਬ ਦੋਨੋਂ ਇੱਕੋ ਹੀ ਇਮਾਰਤ ਦੇ ਵਿੱਚ ਹਨ। ਔਰ ਪਟਨਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਸੰਬੰਧਿਤ 8 ਗੁਰਦੁਆਰੇ ਹਨ, ਜਿਹੜੇ ਸਾਰੇ ਦੇ ਸਾਰੇ
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਲਪਨ ਦੇ ਨਾਲ ਔਰ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੇ ਹੋਏ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜੇ ਹੋਏ ਉਹ ਪਾਵਨ ਸਥਾਨ ਹਨ ਜਿਹੜੇ ਪੂਰੇ ਇਤਿਹਾਸ ਨੂੰ ਆਪਣੇ ਹਿੱਕ ਦੇ ਵਿੱਚ ਸਾਂਭ ਕੇ ਉਹਨਾਂ ਨੇ ਰੱਖਿਆ ਹੈ। ਔਰ ਬਹੁਤ ਹੀ ਗਜ਼ਬ ਦਾ ਇਤਿਹਾਸ ਹੈ। ਕਰੀਮ ਬਖਸ਼ ਦਾ ਬਾਗ, ਜਿਹੜਾ 2 ਭਰਾਵਾਂ ਦਾ ਬਾਗ ਸੀ, ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਇਹ ਹੁਣ ਅੱਜ ਤੋਂ ਬਾਅਦ ਇੱਕ ਗੁਰੂ ਦਾ ਬਾਗ ਹੈ। ਤੁਸੀਂ ਸਾਨੂੰ ਕਾਲ ਕਰਕੇ ਜ਼ਰੂਰ ਆਪਣੇ ਵਿਚਾਰ ਦਿਓ, ਕਿਉਂਕਿ ਇਹ ਜੋ ਕੁਝ ਵਾਪਰ ਗਿਆ ਹੈ, ਜਿਸ ਢੰਗ ਨਾਲ ਇਹ ਵਾਪਰਿਆ ਹੈ, ਤੁਸੀਂ ਕੀ ਸਮਝਦੇ ਹੋ, ਇਹਦਾ ਹੱਲ ਕੀ ਹੈ ਔਰ ਕੀ ਕਰਨਾ ਚਾਹੀਦਾ ਹੈ। ਔਰ ਖ਼ਾਸ ਕਰਕੇ ਜਦੋਂ ਹੁਣ ਇੱਕ ਹੁਕਮਨਾਮਾ ਜਾਰੀ ਹੋ ਗਿਆ, ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਵੀ, ਅਕਾਲ ਤਖਤ ਸਾਹਿਬ ਵੱਲੋਂ ਵੀ ਇੱਕ ਫੈਕਟ ਫਾਈਂਡਿੰਗ ਟੀਮ ਭੇਜੀ ਗਈ ਹੈ ਜਿਹੜੀ ਉੱਥੇ ਪਹੁੰਚੀ ਹੈ, ਔਰ ਉਹ ਵੀ ਸ਼ਾਇਦ 1-2 ਦਿਨ ਦੇ ਅੰਦਰ ਅੰਦਰ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਦੇਵੇਗੀ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ। ਇੱਕ ਵਕਫਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਹਾਡੇ ਵਿਚਾਰਾਂ ਦਾ ਸਵਾਗਤ ਹੈ, ਜੀ ਆਇਆਂ ਨੂੰ। ਕਿਉਂਕਿ ਇਸ ਗੰਭੀਰ ਮਸਲੇ ਦੇ ਉੱਤੇ, ਜਿਹਦੇ ਵਿੱਚ ਨਾ ਕੇਵਲ ਐਡਮਿਨਿਸਟ੍ਰੇਟਿਵ ਮਾਮਲਾ ਹੈ, ਪ੍ਰਬੰਧਕੀ ਮਾਮਲਾ ਹੀ ਨਹੀਂ, ਬਲਕਿ ਧਾਰਮਿਕ ਮਾਮਲਾ ਹੈ, ਔਰ ਜਿਸ ਦਾ ਅਸਰ ਸਾਰੇ ਪੰਥ ਦੇ ਉੱਤੇ ਪੈਣਾ ਹੈ, ਕਿਉਂਕਿ ਸਾਰੀਆਂ ਪੰਥ ਦੀਆਂ ਸੰਸਥਾਵਾਂ ਇਸ ਦੇ ਵਿੱਚ ਉਲਝ ਸਕਦੀਆਂ ਹਨ, ਜਿਹਦੇ ਵਿੱਚ ਕਈ ਤਖਤ ਵੀ ਸ਼ਾਮਲ ਹੋ ਸਕਦੇ ਹਨ। ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ ਔਰ ਇਸ ਮਾਮਲੇ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਕੀ ਤੁਹਾਡੀ ਰਾਏ ਹੈ, ਜਾਂ ਕਹਿ ਲਿਆ ਜਾਏ ਸਾਡੇ ਆਗੂਆਂ ਨੂੰ ਕੀ ਨਸੀਹਤ ਦੇਣੀ ਚਾਹੁੰਦੇ ਹੋ। ਹੈਲੋ 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 ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮੇਰਾ ਨਾਮ ਭਸੀਨ ਹੈ ਜੀ। ਜੀ ਭਸੀਨ ਸਾਹਿਬ। ਚਰਨ ਸਿੰਘ ਭਸੀਨ, ਮੈਂ ਗਲੈਂਕੋ ਤੋਂ ਬੋਲ ਰਿਹਾ। ਜੀ 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 ਭਸੀਨ। ਜਿਹੜਾ ਵੀ ਇਹ ਹਾਦਸਾ ਹੋਇਆ ਹੈ, ਹਾਂਜੀ, ਇਹ ਸਾਰੇ ਸਰਦਾਰ ਸਾਹਿਬ ਜੀ ਦੇ ਆਦਮੀ ਨੇ। ਉਹ ਪਰਮਜੀਤ ਲਾਲੀ ਜਿਹੜਾ ਸੀ, ਜਿਸ ਨੇ ਦਿੱਲੀ ਹਾਈ ਕੋਰਟ ਵਿੱਚ ਜਿਸ ਵਕਤ ਯਾਦਗਾਰ ਬਣਾ ਰਹੇ ਸਨ ਰਕਾਬਗੰਜ ਸਾਹਿਬ ਗੁਰਦੁਆਰੇ ਚ, ਜਿਹਨੇ ਰਿਪੋਰਟ ਉੱਥੇ ਅਰਜ਼ੀ ਦਿੱਤੀ ਸੀ, ਉਹ ਵੀ ਉਸ ਵਕਤ ਸਰਨਾ ਸਾਹਿਬ ਕਹਿੰਦੇ ਸਨ ਸਾਡਾ ਆਦਮੀ ਨਹੀਂ ਹੈ, ਉਹਨਾਂ ਦਾ ਹੀ ਆਦਮੀ ਸੀ, ਉਹਨਾਂ ਦਾ ਮੈਂਬਰ ਹੈ ਬਕਾਇਦਾ ਉੱਥੇ ਦਰਬਾਰ ਪਟਨਾ ਸਾਹਿਬ ਵਿੱਚ। ਜੀ 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 ਜੀ। ਇਹ ਸਾਰੀ ਉਹਨਾਂ ਦੀ ਸ਼ਰਾਰਤ ਹੈ। ਉਹਨਾਂ ਨੇ ਅੱਜ ਤੋਂ 1.5 ਸਾਲ ਪਹਿਲਾਂ ਹੁਕੂਮਤ ਉੱਥੇ ਕੀਤੀ ਸੀ, ਆਪਣੀ ਕਬਜ਼ਾ ਕੀਤਾ ਸਨ। ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਬੰਦੇ ਕਮੇਟੀ ਵਿੱਚ ਵੀ ਸਨ, ਤੇ ਉੱਥੇ ਵੀ ਉਹਨਾਂ ਨੇ ਕਬਜ਼ਾ ਕੀਤਾ ਸੀ ਉਸ ਵਕਤ। ਸਮਾਂ ਉਸ ਵਕਤ ਇਹ ਸਭ ਕੁਝ ਚੱਲਦਾ ਪਿਆ ਕਿ ਜੋ ਚੱਲੀਏ ਅਸੀਂ ਆਪਣੀ ਮਨਮਰਜ਼ੀ ਕਰੀਏ, ਜਿਵੇਂ ਦਿੱਲੀ 'ਚ ਕਰਦੇ ਰਹੇ। ਇਹਨਾਂ ਦੀ ਉਹੀ ਸ਼ਰਾਰਤ ਹੈ ਜਿਹੜੀ ਉਹ ਇੱਥੇ ਕੀਤੀ ਸਨ, ਉੱਥੇ ਹੀ ਮਾਰ ਕਟਾਈ ਕੀਤੀ ਸਨ, ਜਨਰਲ ਸੈਕਟਰੀ ਨੂੰ ਮਾਰਿਆ ਸਾਨੇ, ਸਭ ਨੂੰ ਕੀਤਾ ਸਾਨੇ, ਤੇ ਉਹੀ ਉੱਥੇ ਕੀਤਾ ਨੇ ਉਹਨਾਂ ਨੇ। ਉਹਨਾਂ ਨੂੰ ਭਸੀਨ ਸਾਹਿਬ ਦੇਖੋ, ਭਸੀਨ ਸਾਹਿਬ, ਧੜੇਬਾਜ਼ੀ ਰਹੇਗੀ, ਧੜੇਬੰਦੀਆਂ ਰਹਿਣਗੀਆਂ, ਗੁੱਟਬੰਦੀਆਂ ਰਹਿਣਗੀਆਂ, ਪਰ ਜੋ ਮਰਜ਼ੀ ਹੋ ਜਾਏ, ਕਿਸੇ ਧੜੇ ਦਾ ਹੋਏ, ਬੁਨਿਆਦੀ ਤੌਰ ਦੇ ਉੱਤੇ ਤਾਂ ਸਿੱਖ ਹੈ। ਔਰ ਬਤੌਰੇ ਸਿੱਖ ਦੇ ਕੀ ਕੋਈ ਸੋਚ ਸਕਦਾ ਹੈ ਕਿ ਉਸ ਪਾਵਨ ਪ੍ਰਕਾਸ਼ ਦਿਵਸ ਦੇ ਉੱਤੇ ਤਖਤ ਸਾਹਿਬ ਦੇ ਵਿੱਚ ਜਾ ਕੇ ਅਗਰ ਇਸ ਤਰ੍ਹਾਂ ਦੀ ਕੋਈ ਸੋਚ ਲੈ ਕੇ ਜਾਂਦਾ ਹੈ, ਤੇ ਕੀ ਪੋਸੀਬਲ ਹੈ ਇਦਾਂ ਦੀ ਗੱਲ ਕੋਈ ਕਿ ਜਿਹਦੇ 'ਚ ਰਾਜਨੀਤੀ ਇੱਥੇ ਤੱਕ ਚਲੀ ਜਾਂਦੀ ਹੈ? ਜੇ ਇਹ ਸੋਚ ਰੱਖਣ ਤੇ ਫਾਇਦਾ ਹੀ, ਫਿਰ ਗੁਰੂ ਦੀ ਸੋਚ ਸਭ ਤੋਂ ਵਧੀਆ ਰੱਖਣੀ ਚਾਹੀਦੀ ਹੈ। ਜੀ ਜੀ, ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ। ਜਿਹੜਾ ਚਲੇਗਾ ਕਦੀ ਦੁਖੀ ਨਹੀਂ ਹੋਏਗਾ। ਜੀ ਜੀ। ਜਿਹੜਾ ਆਪਣੀ ਸੋਚ ਤੇ ਚਲੇਗਾ ਹਮੇਸ਼ਾ ਦੁਖੀ ਰਹੇਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਵਸੀਮ ਸਾਹਿਬ, ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਹੈਲੋ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਿਆਰਾ ਸਿੰਘ ਹੈ ਜੀ, ਹਾਜ਼ਰੀ ਲਾ ਲਿਓ। ਜੀ ਜੀ ਜੀ, ਪਿਆਰਾ ਸਿੰਘ ਜੀ, ਬਹੁਤ ਦਿਨ ਬਾਅਦ ਕਿੱਥੇ ਗਏ ਸੀ? ਬਸ ਤੁਹਾਨੂੰ ਦੱਸਿਆ ਸੀ ਮੈਂ ਵਾਪਸ ਆ ਗਿਆ। ਅੱਛਾ 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 ਅੱਛਾ। ਕੁਝ ਬੇਨਤੀ ਕਰ ਦਈਏ? ਹਾਂਜੀ ਹਾਂਜੀ, ਜ਼ਰੂਰ ਹੁਕਮ ਕਰੋ ਜੀ। ਹਾਂਜੀ, ਇਹ ਸਾਰਾ ਸੁਣਿਆ ਹੈ ਤੇ ਉਹਦੇ ਬਾਰੇ ਮੇਰਾ ਜੋ ਵਿਚਾਰ ਥੋੜਾ ਜਿਹਾ ਬਣਿਆ। ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਜੀ ਜੀ ਦੀ ਕਾਰਜਕਾਰਨੀ ਕਮੇਟੀ ਵਿੱਚ ਜੋ 3 ਮੈਂਬਰ ਲੋਕਲ ਮੈਜਿਸਟ੍ਰੇਟ ਵੱਲੋਂ ਅਪਾਇੰਟ ਕੀਤੇ ਜਾਂਦੇ, ਡਿਸਟ੍ਰਿਕਟ ਜੱਜ ਵੱਲੋਂ, ਡਿਸਟ੍ਰਿਕਟ ਜੱਜ ਹੋਇਆ, ਹਾਂਜੀ, ਉਹਨਾਂ ਦਾ ਪਹਿਲੇ ਦਿਨ ਤੋਂ ਅੱਜ ਤੱਕ ਕੀ ਰੋਲ ਰਿਹਾ? ਹਾਂਜੀ
हाँ जी ये फैक्ट फाइंड कमेटी जो है सारा पता करी। जी 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 ਉਹਦੇ जी ਬਾਅਦ ਜੇ ਕੋਈ ਪ੍ਰਬੰਧ ਵਿੱਚ ਸੁਧਾਰ ਦੀ ਉਹਨਾਂ ਨੇ ਸਹਾਇਤਾ ਕੀਤੀ ਹੈ ਤੇ ਉਹ ਤੇ ਵਿਚਾਰ ਕੀਤਾ ਜਾਏ। जी 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 ਜੇ ਸਿਰਫ ਉਹ ਯਾਨੀ ਕਿ ਨੰਬਰ ਵਧਾਉਣ ਵਾਸਤੇ ਕੀਤਾ ਗਿਆ ਹੈ ਤੇ ਉਹਨਾਂ ਦੀ ਨਾਮਜ਼ਦਗੀ ਜੋ ਹੈ ਉਹ ਹਾਇਰ ਅਥਾਰਟੀ ਨੂੰ ਬੇਨਤੀ ਕਰਕੇ ਉਹ ਹਟਾ ਦਿੱਤੀ ਜਾਵੇ। जी 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 बिल्कुल दूसरा पॉइंट है जी 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 ਇਹ ਪ੍ਰਬੰਧ ਨਿਰੋਲ ਸਿੱਖਾਂ ਹੱਥ ਰਹਿਣਾ ਚਾਹੀਦਾ ਹੈ। ਇਹ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਹੈ। हाँ जी हाँ जी हाँ जी हाँ ਥਰੂ जी ਦੀ ਵਰਡ ਜਿਹੜਾ ਹੈ ਸਿੱਖ ਆਪਣੇ ਪ੍ਰਬੰਧ ਆਪ ਕਰਦੇ ਹੈ। हाँ जी हाँ जी ਉਹ ਸਿੱਖਾਂ ਵੱਲੋਂ ਚੁਣੇ ਹੋਏ ਮੈਂਬਰ ਹੋਣੇ ਚਾਹੀਦੇ। हाँ जी ਕੋਈ ठीक है ਕਮੇਟੀ ਵਿੱਚ ਲੈ ਜਾਣ ਜਿਹੜੀ ਕਿ ਸੰਗਤ ਸਾਰੇ ਪ੍ਰਾਪਰ ਤਰੀਕੇ ਨਾਲ ਚੁਣਦੇ ਹਨ। ठीक है ठीक है ਤੀਜਾ ਇਹ ਹੈ ਕਿ ਵਿਘਨਕਾਰੀ ਮੈਂਬਰ ਅਗਰ ਕੋਈ ਪਛਾਣ ਕੀਤੀ ਜਾਵੇ ਕਿ ਇਹ ਵਿਘਨ ਪਾਉਣ ਵਾਲਾ ਹੈ ਤੇ ਸੰਗਤਾਂ ਉਸ ਨੂੰ ਕਦੇ ਵੀ ਮੂੰਹ ਨਾ ਲਾਉਣ। ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਲਈ ਬਹੁਤ ਸ਼ੁਕਰੀਆ। ਪਰ ਮੈਂ ਇੱਕ ਗੱਲ ਦੱਸ ਦਿਆਂ ਤੁਹਾਡੀ ਗਿਆਤ ਲਈ ਬਹੁਤ ਜਾਂਦੇ ਜਾਂਦੇ ਪਟਨਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਜਿਹੜਾ ਡਿਸਟ੍ਰਿਕਟ ਜੱਜ ਵੱਲੋਂ 3 ਮੈਂਬਰ ਨਾਮਜ਼ਦ ਕਰਨ ਦਾ ਹੈ ਇਹਦੇ ਬਾਰੇ ਕਨਵੈਨਸ਼ਨ ਵੀ ਹੋਈ ਸੀ ਔਰ ਇਹ ਕਿਹਾ ਗਿਆ ਸੀ ਕਿ ਇਹ ਮੱਦ ਰੱਦ ਕਰਨੀ ਚਾਹੀਦੀ ਹੈ। ਕਮੇਟੀ ਵੀ ਬਣੀ ਸੀ ਪਰ ਉਹਦੇ ਤੇ ਕੋਈ ਕਾਰਵਾਈ ਨਾ ਹੋਈ ਬਲਕਿ ਪ੍ਰਬੰਧਕ ਕਮੇਟੀ ਦੇ ਇੱਕ ਪ੍ਰਧਾਨ ਸਾਹਿਬ ਨੇ ਤਾਂ ਡਿਸਟ੍ਰਿਕਟ ਜੱਜ ਦੀ ਹਾਈ ਕੋਰਟ ਦੇ ਵਿੱਚ ਇਹ ਅਰਜ਼ੀ ਵੀ ਦਿੱਤੀ ਸੀ ਸਿੱਖਾਂ ਦਾ ਇਸ ਤਖਤ ਸਾਹਿਬ ਨੂੰ ਪ੍ਰਬੰਧ ਕਰਨ ਦਾ ਹੱਕ ਹੀ ਖਤਮ ਹੋ ਗਿਆ ਹੈ ਜਦੋਂ ਇਹਨਾਂ ਨੇ ਡਿਸਟ੍ਰਿਕਟ ਜੱਜ ਦਾ ਹੱਕ ਮੰਨ ਲਿਆ ਹੈਗਾ। ਸੋ ਖੈਰ ਮਾਮਲਾ ਕਾਫੀ ਗੰਭੀਰ ਹੈ। ਉਮੀਦ ਹੈ ਗੁਰੂ ਕਿਰਪਾ ਕਰੇ ਸ਼ਾਇਦ ਇਹਦੇ ਨਾਲ ਉਸ ਪਾਸੇ ਕੋਈ ਗੱਲ ਤੁਰ ਪਵੇ। ਹੈਲੋ ਕੌਣ ਬੋਲ ਰਹੇ ਜੀ? ਹੈਲੋ ਹਾਂਜੀ ਕੌਣ ਬੋਲ ਰਹੇ ਜੀ? ਮੈਂ ਭੁਪਿੰਦਰ ਸਿੰਘ ਨੰਦਾ ਬੋਲ ਰਿਹਾ ਜੀ ਬ੍ਰੈਂਪਟਨ ਤੋਂ। ਜੀ ਨੰਦਾ ਸਾਹਿਬ ਜੀ ਆਇਆਂ ਨੂੰ ਲਾਂਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕੀ ਫਤਿਹ। ਜੀ ਮਾਮਲਾ ਜਿਹੜਾ ਬੜਾ ਸ਼ਰਮਨਾਕ ਹੈ ਸਾਡੇ ਲਈ। ਹਾਂਜੀ ਇਹਦੇ ਹਾਂਜੀ ਤੇ ਟਿੱਪਣੀ ਕਰਨੀ ਵੀ ਬੜੀ ਔਖੀ ਲੱਗਦੀ ਹੈ। ਜੀ ਹਾਂਜੀ ਜੀ ਤੇ ਮੈਨੂੰ ਤੇ ਚਿੰਤਾ ਹੈ ਕਿ ਜਿਹੜਾ 300 ਸਾਲਾ ਸਮਾਗਮ ਆਣਾ ਹੈ ਜੀ ਉਹਦੇ ਲਈ ਉੱਥੋਂ ਤੱਕ ਅਸੀਂ ਪ੍ਰਬੰਧ ਨਹੀਂ ਕਰ ਸਕਣਾ। ਹਾਂਜੀ ਇਹਨਾਂ ਗਲਤ ਹੱਥਾਂ ਦੇ ਕੋਈ ਐਡਮਿਨਿਸਟ੍ਰੇਸ਼ਨ ਆਈ ਹੈ ਹਾਂਜੀ ਤੇ ਐਡਾ ਵੱਡਾ ਮਹਾਨ ਸਮਾਗਮ ਹੋਣਾ ਹੈ ਉਹ ਇਹਨਾਂ ਨੇ ਕਿੱਥੇ ਨਿਭਾਣਾ ਹੈ। ਤੇ ਕੋਈ ਸੀਰੀਅਸਲੀ ਦਾ ਫੈਸਲਾ ਹੋਣਾ ਚਾਹੀਦਾ ਹੈ ਔਰ ਸਟਰੋਂਗ ਬੰਦੇ ਚ ਜਿਹੜੀ ਸਿਆਸਤ ਬਾਦਲ ਸਿਆਸਤ ਹੈਗੀ ਹੈ ਸਰਨਾ ਸਿਆਸਤ ਹੈਗੀ ਹੈ ਉਹ ਇੱਥੇ ਤੱਕ ਆ ਵੜੀ ਹੈ। ਹਾਂਜੀ 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 ਬੰਦੀ ਸਿਆਸਤ ਉਹ ਹੀ ਹੈਗੀ ਹੈ। ਹਾਂਜੀ ਹਾਂਜੀ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਪਰ ਉਹ ਨੀਵਾਂ ਮਨ ਤਾਂ ਅਸੀਂ ਕਹਿ ਹੀ ਛੱਡਦੇ ਹਾਂ ਮਨ ਚ ਨਿਮਰਤਾ ਤੇ ਆਈ ਨਹੀਂ ਕਿਸੇ ਦੇ। ਠੀਕ ਹੈ ਠੀਕ ਹੈ ਠੀਕ ਔਰ ਇਹ ਵੱਡੇ ਵੱਡੇ ਜਿਹੜੇ ਜਥੇਦਾਰ ਹੈ ਗ੍ਰੰਥੀ ਹੈ ਉਹ ਸਾਡੇ ਨਾਲ ਤਾਂ ਬਹੁਤ ਬਿਹਤਰ ਹੈ ਉਹਨਾਂ ਦੇ ਮਨ ਚ ਜੇ ਨਿਮਰਤਾ ਨਹੀਂ ਆਈ ਤਾਂ ਫਿਰ ਬੰਦ ਭਾਗ ਹੈ। ਠੀਕ ਹੈ ਬਿਲਕੁਲ ਤੁਹਾਡੇ ਵਿਚਾਰ ਜਿਹੜੇ ਸਾਰੀ ਹੈ ਦੁਨੀਆ ਸਿੱਖ ਧਰਮ ਦਾ ਦੇਖ ਰਹੀ ਹੈ ਜੀ ਜੀ ਕਿ ਬਈ ਇਹ ਮਰਨਾ ਜਾਣਦੇ ਆ ਤੇ ਲੜਨਾ ਜਾਣਦੇ ਆ ਆਪਸ ਵਿੱਚ ਲੜਨਾ ਜਾਣਦੇ ਆ। ਠੀਕ ਹੈ ਠੀਕ ਨਹੀਂ ਬਹੁਤ That is ਅਫਸੋਸਨਾਕ ਹੈ ਬਹੁਤ ਅਫਸੋਸਨਾਕ ਹੈ। ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦੇ। ਤੇ ਸੌਰੀ ਲਾਈਨ ਸਾਡੇ ਕੋਲੋਂ ਡਿਸਕਨੈਕਟ ਹੋ ਗਈ ਤੇ ਦਰਅਸਲ ਇਹ 350 ਸਾਲਾ ਆ ਰਿਹਾ ਹੈ ਗੁਰਪੁਰਬ 3 ਸਾਲਾਂ ਬਾਅਦ ਔਰ ਇਸ ਤੋਂ ਪਹਿਲੇ 300 ਸਾਲਾ ਜਿਹੜਾ ਮਨਾਇਆ ਗਿਆ ਸੀ ਉਹ ਵਾਕਈ ਪੂਰੇ ਖਾਲਸਈ ਜਾਹੋ ਜਲਾਲ ਔਰ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਜਿਸ ਦੀ ਮਿਸਾਲ ਉਸ ਤੋਂ ਬਾਅਦ ਵੇਖਣ ਵਿੱਚ ਨਹੀਂ ਆਈ ਜਿਹੜਾ 1966 ਵਿੱਚ ਮਨਾਇਆ ਗਿਆ। ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ? ਦਾਸ ਗੁਰਬਚਨ ਸਿੰਘ ਹੈ ਜੀ ਸਿਆਟਲ ਤੋਂ। ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਫਤਿਹ ਜੀ। ਮੈਂ 1-2 ਮਿੰਟ ਲੈਣੇ ਤੁਹਾਡੇ ਸਾਰੇ ਲਾਉਣ। ਹਾਂਜੀ ਹਾਂਜੀ ਇਹਦੇ ਕੋਈ ਸ਼ੱਕ ਨਹੀਂ ਜਿਹੜਾ ਇਹ ਵਾਕਿਆ ਹੋਇਆ ਹੈ ਬਹੁਤ ਹੀ ਮੰਦਭਾਗਾ ਸਾਰਿਆਂ ਵਾਸਤੇ ਹੈ। ਹਾਂਜੀ ਸਾਡੇ ਦਿਲਾਂ 'ਚ ਛੂ ਗਿਆ ਹੈਗਾ ਜੀ ਤੇ ਤੁਹਾਡੇ ਜਿਹੜੇ ਉਹਨਾਂ ਨੇ ਗੁਰਵਿੰਦਰਪਾਲ ਸਿੰਘ ਪੜ੍ਹ ਲਏ ਸਨ ਆਪਣਾ ਜਿਹੜਾ 5 ਪੈਰਿਆਂ ਨੇ ਹੁਕਮ ਕੀਤਾ ਹੈ ਉਸ ਤੋਂ ਜੋ ਕੁਛ ਥੋੜੀ ਜਾਣਕਾਰੀ ਹੋਈ ਹੈ ਕਿਉਂਕਿ ਇੱਥੇ ਸਾਰੇ ਪੇਪਰ ਜਾਂ ਹੋਰ ਕੋਈ ਨਿਊਜ਼ ਤੇ ਮਿਲਦੀ ਨਹੀਂ ਹੈ। ਹਾਂਜੀ ਜਾਂ ਤੁਹਾਡੇ ਕੋਲੋਂ ਪਤਾ ਲੱਗਾ ਹੈ ਕਿ ਉਹਨਾਂ ਨੇ ਅਕਾਲ ਤਖਤ ਤੋਂ ਵੀ ਫੈਕਟ ਫੰਡਿੰਗ ਵਾਸਤੇ ਟੀਮ ਭੇਜੀ ਹੈ। ਜੀ ਜੀ ਇਹਦਾ ਹੱਲ ਹੁਣ ਸਿਰਫ ਇਤਨਾ ਹੀ ਹੈ ਕਿ ਜਿੰਨੀ ਜਲਦੀ ਹੋ ਸਕੇ ਸਾਡੇ ਅਕਾਲ ਤਖਤ ਅੰਮ੍ਰਿਤਸਰ ਦੇ ਉਹਨਾਂ ਨੂੰ ਲਾ ਕਰਕੇ ਜੋ ਵੀ ਹੋਵੇ ਇਸ ਤੋਂ ਬਿਲਕੁਲ ਖਤਮ ਕਰਨਾ ਚਾਹੀਦਾ ਹੈ। ਨਾਲੇ ਮੈਨੂੰ ਬੜਾ ਅਫਸੋਸ ਹੈ ਕਿ ਸਰਦਾਰ ਬ੍ਰਦਰ ਕਿਸ ਤਰ੍ਹਾਂ ਇੱਥੇ ਦਖਲ ਮੰਨ ਸਕਦੇ ਉਹਨਾਂ ਦਾ ਦਖਲ ਜਾਂ ਕਿਸ ਤਰ੍ਹਾਂ ਹੋ ਰਿਹਾ ਹੈਗਾ। ਇਹ ਬੜੀ ਜ਼ਰੂਰਤ ਹੈ ਇਸ ਗੱਲ ਦੀ। ਅੱਗੇ ਸਾਡੇ ਕੌਮ ਵਿੱਚ ਜਿਹੜੀ ਬੇਇਤਫਾਕੀ ਹੈ ਉਸ ਤੋਂ ਦੂਰ ਹੋਣਾ ਬੜਾ ਜ਼ਰੂਰੀ ਹੈਗਾ ਤੇ ਇਸ ਵਾਸਤੇ ਮੈਂ ਤੇ ਇਹ ਸਮਝਣਾ ਕਿ ਸਾਡੇ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਜਲਦੀ ਤੋਂ ਜਲਦੀ ਬੁਲਾ ਕਰਕੇ ਉਸ ਤੇ ਉਹਨਾਂ ਨੂੰ ਕਹਿ ਕਿ ਇਸ ਗੱਲ ਦਾ ਇੱਕ ਬਾਗਾ ਕੰਮ ਨਹੀਂ ਹੋਣਾ ਚਾਹੀਦਾ। जैसी अगे 350 साल बनाना है गुरु गोबिंद सिंह का प्रकाश पर्व ते अगर इस तरह दी घटना हो जाएगी
ਤੇ ਕੀ ਅਸੀਂ ਆਪਣੇ ਦੂਸਰਾ ਕੀ ਦਿਖਾਵਾਂਗੇ ਕਿ ਸਾਨੂੰ ਗੁਰੂਆਂ ਨੇ ਕੀ ਸਿਖਾਇਆ ਹੈਗਾ। ਠੀਕ ਹੈ, ਠੀਕ ਹੈ। ਇੱਕ ਛੋਟਾ ਜਿਹਾ ਨੁਕਤਾ ਹੋਰ ਮੈਂ ਤੁਹਾਡੇ ਸਾਹਮਣੇ ਰੱਖਣਾ ਤੁਹਾਡੇ ਚੈਨਲ ਦੇ ਥਰੂ। ਹਾਂਜੀ। ਕਿ ਮੈਂ ਦੇਖਣਾ ਜਿੱਥੇ PTC ਪੰਜਾਬੀ ਤੇ ਨਿਊਜ਼ ਵਗੈਰਾ ਪੜ੍ਹੀਆਂ ਜਾਂਦੀਆਂ ਹਨ ਜੀ, ਜਾਂ ਕੋਈ ਧਾਰਮਿਕ ਐਲਾਨ ਕੀਤੇ ਜਾਂਦੇ ਹਨ, ਉਹਦੇ ਵਿੱਚ ਪੂਰਨ ਗੁਰਸਿੱਖ ਨਹੀਂ ਹੁੰਦੇ ਕਈ ਵਾਰੀ। ਇਸ ਤਰ੍ਹਾਂ ਬੇਨਤੀ ਹੈ, ਮੈਂ ਗੁਸਤਾਖੀ ਮਾਫ ਸਰਕਾਰ ਹੁੰਦਾ। ਦੇਖੋ, ਅਸੀਂ ਸਾਡੇ ਚੈਨਲ ਬਾਰੇ ਤੁਸੀਂ ਕੋਈ ਵੀ ਸਾਨੂੰ ਜ਼ਰੂਰ ਰਾਏ ਦਿਓ, ਪਰ ਜਿਹੜੇ ਦੂਜੇ ਚੈਨਲ ਬਾਰੇ ਅਸੀਂ ਕੋਈ ਨਾ ਤਾਂ ਟਿੱਪਣੀ ਕਰ ਸਕਦੇ ਹਾਂ, ਤੁਸੀਂ ਉਹਨਾਂ ਨਾਲ ਜ਼ਰੂਰ ਸੰਪਰਕ ਕਰੋ, ਉਹ ਤੁਹਾਡੀ ਗੱਲ ਦਾ ਜ਼ਰੂਰ ਜਵਾਬ ਦੇਣਗੇ। ਤੋ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ। ਹੈਲੋ, ਕੌਣ ਬੋਲ ਰਹੇ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਹਰਪਾਲ ਸਿੰਘ ਬੋਲ ਰਿਹਾ। ਭਾਈ ਸਾਹਿਬ, ਇਹ ਜਿਹੜਾ ਆਪਾਂ ਅੱਜ ਦਾ ਮੁੱਦਾ ਕਰ ਰਹੇ ਹਾਂ, ਇਹ ਕੋਈ ਨਵੀਂ ਗੱਲ ਨਹੀਂ। ਇਹ ਤਤ ਖਾਲਸਾ ਦਲ ਖਾਲਸਾ ਬਾਬਾ ਦੀਪ ਸਿੰਘ ਤੋਂ ਚੱਲਿਆ ਆ ਰਿਹਾ। ਪਰ ਜੇ ਆਪਾਂ ਗੱਲ ਕਰੀਏ ਕਿ ਸਾਡੇ ਅੱਜ ਦੇ ਸਿੱਖ ਲੀਡਰਾਂ ਲਈ ਅਕਾਲ ਤਖਤ ਦੀ ਉਨੀ ਮਹਾਨਤਾ ਨਹੀਂ ਜਿੰਨੀ ਉਹਨਾਂ ਲਈ ਦਿੱਲੀ ਤਖਤ ਦੀ ਮਹਾਨਤਾ। ਤੁਸੀਂ ਪਟਨੇ ਬਿਹਾਰ ਨੂੰ ਛੱਡੋ, ਆਪਣੇ ਪੰਜਾਬ 'ਚ ਦਿੱਲੀ ਕੀ ਹੋ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹਦਾ ਮਤਲਬ ਹੈਗਾ ਕਿ ਕੋਈ ਆਸ। ਹੈਲੋ, ਹੈਲੋ, ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਗੁਰਬਚਨ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ, ਕਿੱਥੋਂ ਬਾਈ ਸਾਹਿਬ ਜੀ? ਮੈਂ ਸੈਟਲ ਤੋਂ ਬੋਲ ਰਿਹਾ। ਹਾਂਜੀ, ਹੋ ਗਈ ਤੁਹਾਡੇ ਨਾਲ ਗੱਲ? ਤੁਸੀਂ ਹੁਕਮ ਕਰ। ਗੱਲ ਹੋ ਗਈ ਫਿਰ। ਠੀਕ ਹੈ ਜੀ, ਬੜੀ ਮਿਹਰਬਾਨੀ, ਥੈਂਕ ਯੂ ਜੀ, ਸ਼ੁਕਰੀਆ ਜੀ, ਵਾਹਿਗੁਰੂ ਫਤਿਹ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਦਵਿੰਦਰ ਸਿੰਘ ਕਾਲੋਂ ਬੋਲਦਾ ਜੀ, ਕੈਲੀਫੋਰਨੀਆ। ਜੀ ਕਾਲੋ ਸਾਹਿਬ, ਜੀ ਆਇਆਂ ਨੂੰ, ਹੁਕਮ ਕਰੋ। ਮੇਰੀ ਬੇਨਤੀ ਸੀ, ਲਾਂਬਾ ਸਾਹਿਬ ਕਹਿ ਰਹੇ ਸੀਗੇ ਉਸ ਜੀ ਜੀ, ਮੈਂ ਬੋਲ ਰਿਹਾ ਬਤੌਰ ਸਿੱਖ ਜੀ। ਕੀ ਕਰ ਪਿਆ ਕੋਈ ਗੱਲ ਕਹਿਣ ਨੂੰ? ਹਾਂਜੀ ਹਾਂਜੀ ਹਾਂਜੀ, ਹੁਕਮ ਕਰੋ। ਦੁੱਖ ਬੜਾ ਹੋਇਆ ਪਟਨਾ ਸਾਹਿਬ ਦੀ ਘਟਨਾ ਸੁਣ ਕੇ ਜੀ, ਕਿ ਹਰ ਸਿੱਖ ਦਾ ਮਨ ਤੇ ਲੁੰਦਰੇ ਗਿਆ ਜੀ, ਕਿ ਸਿੱਖ ਦਾ ਹੀ ਆਪਣੇ ਸਿਰ 'ਚ ਆਪ ਹੀ ਘਟਾ ਪਾਉਂਦੇ ਨੇ। ਔਰ ਉਸ ਤੋਂ ਬਾਅਦ 'ਚ ਕੁਛ ਵਿਚਾਰ ਵੀ ਆ ਰਿਹਾ ਪੜ੍ਹੇ ਲਿਖੇ ਵਰਗ ਦੇ ਜੀ। ਔਰ ਉਹਦੇ ਵਿੱਚ ਕੁਛ ਇੱਕ ਵਰਗ ਤੇ ਇਹ ਕਹਿ ਰਿਹਾ ਹੈ ਕਿ ਇਹ ਜੀ ਸਰਨਾ ਸਾਹਿਬ ਦੀ ਸਿਆਸਤ ਆ। ਕੁਝ ਵਰਗ ਦੂਸਰੇ ਅਕਾਲੀ ਦਲ ਨੂੰ ਜੀ, ਜੋ ਬਾਦਲ ਗਰੁੱਪ ਨਾਲ ਸੰਬੰਧਿਤ ਉਹਨੂੰ ਭੰਨ ਰਿਹਾ ਜੀ 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 ਜੀ, ਉਹਨਾਂ ਨੂੰ ਕਰ ਰਿਹਾ ਜੀ। ਕੁਛ ਕਹਿ ਰਿਹਾ ਕਿ ਐਡਮਿਨਿਸਟ੍ਰੇਸ਼ਨ ਦੇ 3 ਬੰਦੇ ਜਿਹੜੇ ਉਹਨਾਂ ਦਾ ਸ਼ਮੂਲੀਅਤ ਜਿਹੜੀ ਆ ਉਹ ਖਤਰਨਾਕ ਆ। ਜੀ ਜੀ ਜੀ, ਮੈਂ ਕਹਿੰਦਾ ਵਾ ਮੇਰੀ ਜਿਹੜੀ ਸੋਚ ਆ, ਹਾਂਜੀ। ਚਲੋ ਇੱਕ ਬੇਨਤੀ ਆ ਭਾਈ ਸਾਹਿਬ, ਬੇਨਤੀ ਹੈ ਤੁਸੀਂ 10 ਸੈਕਿੰਡ ਚ ਮੁਕਾਓਗੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਅੱਛਾ ਬੇਨਤੀ ਮੈਂ ਕਲੀਅਰ ਕਰ ਲਾਂਗਾ ਗੱਲ। ਹਾਂਜੀ, ਤੁਸੀਂ ਜ਼ਰੂਰ। ਸਾਡੀ ਜਿਹੜੀ ਸਿੰਘ ਸਾਹਿਬ ਦੀ ਨਿਯੁਕਤੀ ਆ, ਹਾਂਜੀ, ਆਪਾਂ ਇਹਨਾਂ ਗੁਰਦੁਆਰਿਆਂ ਨੂੰ ਕਿਉਂ ਆਪਾਂ ਪੋਲੀਟੀਕਲ ਖੇਤਰ ਚੋਂ ਕੱਢਣ ਤੋਂ ਬਾਹਰ ਸਾਰੇ ਜਿਹੜੇ ਬੁੱਧੀਜੀਵੀ ਵਰਗ ਨੇ ਸੰਘਰਸ਼ ਨਹੀਂ ਕਰਦੇ ਕਿ ਗੁਰਦੁਆਰੇ ਨੂੰ ਪੋਲੀਟੀਕਲ ਖੇਤਰ ਚੋਂ ਬਾਹਰ ਕੱਢੀਏ? ਸਿੰਘ ਸਾਹਿਬਾਂ ਦੀ ਨਿਯੁਕਤੀ, ਹੈੱਡ ਪ੍ਰੀਸਟ ਦੀ ਨਿਯੁਕਤੀ, ਜੋ ਸਾਡੇ ਸਰਕਰਦਾ ਲੀਡਰ ਨੇ, ਆਗੂ ਨੇ, ਧਾਰਮਿਕ ਆਗੂ ਨੇ, ਉਹਨਾਂ ਨੂੰ ਆਪਾਂ ਇਹਨਾਂ ਦੀ ਨਿਯੁਕਤੀ ਇਹਨਾਂ ਚੋਂ ਬਾਹਰ ਕੱਢਣ ਵਾਸਤੇ ਸੰਘਰਸ਼ ਕਰੀਏ, ਜਿੱਦਾਂ ਮਹੰਤਾ ਕੁਛ ਸੰਘਰਸ਼ ਕੀਤਾ ਸੀ ਬਾਹਰ। ਬਿਲਕੁਲ, ਇਹ ਗੱਲ ਚੱਲੇ ਤੇ ਫੇਰ ਕਿਤੇ ਗੱਲ ਬਣਨੀ ਮੇਰੇ ਖਿਆਲ। ਨਹੀਂ ਤੇ ਇਹਨਾਂ ਨੇ ਕਦੀ ਦਿੱਲੀ ਲੱਗ ਪੈਣਾ ਜੀ, ਕਦੀ ਨੰਦੇੜ ਸਾਹਿਬ ਲੱਗ ਪੈਣਗੇ, ਦਰਬਾਰ ਸਾਹਿਬ ਵੀ ਕੀ ਹੋ ਰਿਹਾ, ਹੋ ਰਿਹਾ। ਠੀਕ ਹੈ, ਤੁਹਾਡੇ ਵਿਚਾਰ ਬੜੇ ਕੀਮਤੀ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਫਸੋਸ ਤੇ ਤਾਂ ਆਉਂਦਾ ਜੇਕਰ ਸਿੰਘ ਸਾਹਿਬਾਨ ਦੀਆਂ ਦਸਤਾਰਾਂ ਹੀ ਦੀਵਾਨ ਦੇ ਵਿੱਚ ਉਛਲਣ, ਉਹ ਵੀ ਗੁਰਪੁਰਬ ਵਾਲੇ ਦਿਨ, ਜਿੱਥੇ ਸਾਰਾ ਮੀਡੀਆ ਔਰ ਸਾਰਾ ਨੈਸ਼ਨਲ ਮੀਡੀਆ ਉੱਥੇ ਮੌਜੂਦ ਹੋਏ। ਇਸ ਤੋਂ ਵੱਧ ਸ਼ਰਮ ਦੀ ਗੱਲ ਹੋਰ ਅਸੀਂ ਕੀ ਕਰ ਸਕਦੇ ਹਾਂ? ਇੱਕ ਪਾਸੇ ਦਸਤਾਰ ਲਈ ਅਸੀਂ ਮੋਰਚੇ ਲਾਈਏ ਔਰ ਇੱਕ ਪਾਸੇ ਅਸੀਂ ਖੁਦ ਹੀ ਆਪਣੇ ਸਿੰਘ ਸਾਹਿਬਾਨ ਦੀਆਂ ਦਸਤਾਰਾਂ ਵੀ ਅਗਰ ਉਛਲੀਆਂ ਸ਼ੁਰੂ ਹੋ ਜਾਣ, ਫਿਰ ਉਹਦੇ ਬਾਅਦ ਕੀ ਰਹਿ ਜਾਂਦਾ ਹੈ? ਇਸ ਤੋਂ ਬਾਅਦ ਸ਼ਾਇਦ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾ ਸਕਦੀ। ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ, ਆਪਣੇ ਬਿਰਧ ਬਾਣੇ ਦੀ ਆਪ ਹੀ ਲਾਜ ਰੱਖੇ। ਤੁਸੀਂ ਜ਼ਰੂਰ ਸਾਨੂੰ ਈਮੇਲ ਕਰੋ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।